ਹੈਲੋ ਫਰੈਂਡਸ, ਮੈਂ ਅਮਨ ਬਾਂਸਲ ਤੁਹਾਡਾ ਸਾਰਿਆਂ ਦਾ ਸਵਾਗਤ ਕਰਦਾ ਜੀ ਅਭੀਪੀਡੀਆ ਦੇ ਡਿਜੀਟਲ ਪਲੇਟਫਾਰਮ ਤੇ। ਜਿਵੇਂ ਕਿ ਤੁਸੀਂ ਸਾਰਿਆਂ ਨੇ ਬਹੁਤ ਵਧੀਆ ਤਰੀਕੇ ਨਾਲ ਜਿੰਨੇ ਕਿ ਪੁਰਾਣੇ ਲੈਕਚਰ ਸੀ ਆਪਣੇ ਪਿਛਲੇ ਹਫਤੇ ਦੇ, ਉਹਦੇ ਵਿੱਚ ਤੁਸੀਂ ਬਹੁਤ ਵਧੀਆ ਤਰੀਕੇ ਨਾਲ ਰਿਸਪੌਂਸ ਦਿੱਤਾ, ਬਹੁਤ ਅੱਛੇ ਤਰੀਕੇ ਨਾਲ ਤੁਸੀਂ ਕੁਐਸਚਨ ਨੂੰ ਸੋਲਵ ਵੀ ਕੀਤਾ, ਬਹੁਤ ਅੱਛੇ ਤਰੀਕੇ ਨਾਲ ਤੁਸੀਂ ਉੱਥੇ ਕਮੈਂਟ ਵੀ ਦਿੱਤੇ ਕਿ ਸਰ ਜਿਹੜਾ ਇਹ ਸਾਨੂੰ ਟੌਪਿਕ ਸਮਝ ਆ ਗਿਆ ਤੇ ਇਹ ਵਾਲਾ ਟੌਪਿਕ ਜਿਹੜਾ ਹੈਗਾ ਅੱਗੇ ਕਰਵਾ ਦਿੱਤਾ ਜਾਵੇ। ਸੋ ਅੱਜ ਦਾ ਜਿਹੜਾ ਟੌਪਿਕ ਰਹੇਗਾ, ਜਿੰਨੇ ਵੀ ਸਾਡੇ ਯੂਜ਼ਰ ਜੁੜੇ ਹੋਏ ਨੇ ਜਾਂ ਨਵੇਂ ਯੂਜ਼ਰ ਅੱਜ ਕਲਾਸ ਦੇ ਵਿੱਚ ਆਏ ਨੇ, ਉਹਨਾਂ ਦੇ ਲਈ ਕੀ ਹੈ ਕਿ ਜੋ ਵੀ ਆਪਾਂ ਕਲਾਸ ਦੇ ਵਿੱਚ ਸਟੱਡੀ ਕਰਦੇ ਹਾਂ ਉਹ ਆਪਾਂ ਐਗਜ਼ਾਮ ਓਰੀਐਂਟਡ ਸਟੱਡੀ ਕਰਦੇ ਹਾਂ। ਮੀਨਸ ਆਪਾਂ ਐਗਜ਼ਾਮ ਨੂੰ ਕੀ ਕਰਦੇ ਹਾਂ ਜੀ, ਸਪੈਸ਼ਲ ਫੋਕਸ ਦਿੰਦੇ ਹਾਂ ਕਿ ਇਹ ਵਾਲਾ ਐਗਜ਼ਾਮ ਦੇ ਵਿੱਚ ਕੁਐਸਚਨ ਆਇਆ ਹੋਇਆ ਹੈ ਤੇ ਆਉਣ ਵਾਲੇ ਸਮੇਂ ਦੇ ਵਿੱਚ ਤੁਹਾਨੂੰ ਪੁੱਛਿਆ ਜਾ ਸਕਦਾ। ਜਿਵੇਂ ICT ਵਰਡ ਨਾਰਮਲ ਯੂਜ਼ ਕੀਤਾ ਜਾਂਦਾ, ਪਹਿਲਾਂ ਜਦੋਂ ਪੋਸਟਾਂ ਆਉਂਦੀਆਂ ਸੀ ਉਦੋਂ ਸਿਰਫ ਕੰਪਿਊਟਰ ਸ਼ਬਦ ਦਾ ਯੂਜ਼ ਕੀਤਾ ਜਾਂਦਾ ਸੀ। ਕੰਪਿਊਟਰ ਵਰਡ ਲਿਖਿਆ ਹੁੰਦਾ, ਕੰਪਿਊਟਰ ਨੌਲੇਜ ਹੋਣੀ ਚਾਹੀਦੀ ਹੈ, ਕੰਪਿਊਟਰ ਦੇ ਸਵਾਲ ਪੁੱਛੇ ਜਾਣਗੇ। ਜਿਵੇਂ ਕਿ ਅਭੀਪੀਡੀਆ ਐਮਪਾਵਰਡ ਬਾਏ ਅਭਿਮਨਿਊ IAS ਦੇ ਥਰੂ ਤੇ ਸਾਰੇ ਪੰਜਾਬ ਗਵਰਨਮੈਂਟ ਐਗਜ਼ਾਮ ਦੇ ਲਈ ਤੁਹਾਡੇ ਲਈ ਇੱਕ ਬਹੁਤ ਵਧੀਆ ਆਫਰ ਹੈ ਇਸ ਅਕੈਡਮੀ ਦੇ ਤੌਰ ਤੇ ਕਿ ਨਾਇਬ ਤਹਿਸੀਲਦਾਰ ਦਾ ਐਗਜ਼ਾਮ ਤੁਸੀਂ ਜੇ ਪ੍ਰਪੇਅਰ ਕਰ ਰਹੇ ਹੋ, ਫੂਡ ਇੰਸਪੈਕਟਰ, ਕੋਆਪਰੇਟਿਵ ਇੰਸਪੈਕਟਰ, ਪੰਜਾਬ ਪਟਵਾਰੀ, ਪੰਜਾਬ ਪੁਲਿਸ SI, ਐਕਸਾਈਜ਼, ਟੈਕਸੇਸ਼ਨ, ਜਿੰਨੇ ਵੀ ਸਾਰੇ ਐਗਜ਼ਾਮ ਇੱਥੇ ਲਿਖੇ ਹੋਏ ਆ, ਆਲ ਪੰਜਾਬ ਗੌਰਮੈਂਟ ਐਗਜ਼ਾਮ ਜੋ ਵੀ ਇੱਥੇ ਮੈਂਸ਼ਨ ਨੇ, ਉਹਦੀ ਜਿਹੜੀ ਕਾਸਟ ਹੈਗੀ ਆ ਉਹ 17,500 ਹੈ। ਜਿਹੜਾ ਕਿ ਆਫਰ ਹੈ ਇਹ ਵੈਲਿਡ ਕੀਤਾ ਹੋਇਆ। ਇਹਦੇ ਵਿੱਚ ਕੀ ਹੈ, ਜਿੰਨੇ ਵੀ ਤੁਸੀਂ ਐਗਜ਼ਾਮਸ ਲਈ ਪ੍ਰੈਪਰੇਸ਼ਨ ਕਰੋਗੇ ਉਹਦੇ ਸੈਪਰੇਟ ਵੀਡੀਓ ਹੈ, ਸੈਪਰੇਟ MCQ ਹੈ। ਤੁਸੀਂ ਕੋਈ ਵੀ ਉਹ ਇਹਦੇ ਵਿੱਚ ਐਗਜ਼ਾਮ ਤੁਸੀਂ ਚੂਜ਼ ਕਰ ਸਕਦੇ ਹੋ ਆਪਦਾ ਫਸਟ ਇਨੀਸ਼ੀਅਲ ਦੇ ਉੱਪਰ ਕਰਨ ਨੂੰ, ਸਾਰਿਆਂ ਦੇ ਵੀ ਤੁਸੀਂ ਪ੍ਰੈਕਟਿਸ ਕਰ ਸਕਦੇ ਹੋ। ਸਾਰੇ ਐਗਜ਼ਾਮ ਦੀ ਇਹ ਕੋਸਟ ਹੈ, ਇਹਦੇ ਵਿੱਚ ਇਕੱਲਾ ਇਹ ਨਹੀਂ ਹੈਗਾ, ਸਾਰੇ ਐਗਜ਼ਾਮ, ਕਿਉਂਕਿ ਕਈ ਵਾਰ ਹੋ ਸਕਦਾ ਬੱਚੇ ਕੋਆਪਰੇਟਿਵ, ਟੈਕਸੇਸ਼ਨ ਤੇ ਐਕਸਾਈਜ਼ ਭਰਦੇ ਹੁਣ ਅਲੱਗ-ਅਲੱਗ ਫੀਸ ਭਰਨ ਦੀ ਲੋੜ ਨਹੀਂ। ਇਹ ਤਿੰਨਾਂ ਦਾ ਅਲੱਗ-ਅਲੱਗ ਸਿਲੇਬਸ, ਅਲੱਗ-ਅਲੱਗ ਟੌਪਿਕ ਵਾਲਾ ਅਲੱਗ-ਅਲੱਗ ਵੀਡੀਓ, ਉਹ ਸਾਰੀਆਂ ਹੀ ਇੱਕ ਕੋਰਸ ਦੇ ਅੰਦਰ ਹੈ। ਜੇ ਨਾਲ ਤੁਸੀਂ ਫੂਡ ਇੰਸਪੈਕਟਰ ਭਰਨਾ, ਕੁਝ ਹੋਰ ਕੋਸਟ ਐਡ ਕਰਨ ਦੀ ਲੋੜ ਨਹੀਂ, ਤੁਸੀਂ ਕੀ ਕਰੋਗੇ, ਸਿਰਫ ਇਸ ਦੇ ਉੱਪਰ ਹੀ ਲੌਗਇਨ ਕਰੋਗੇ ਇਸੇ ਫੀਸ ਦੇ ਅੰਦਰ। ਤੇ ਜਿਹੜਾ ਇਹ ਕੋਰਸ ਹੈ ਜੀ, ਇਹ ਜਿਹੜਾ ਵੈਲਿਡਿਟੀ ਹੈ, ਇਹ ਕੋਰਸ ਦੀ ਜਿਹੜੀ ਵੈਲਿਡਿਟੀ ਹੈਗੀ ਹੈ ਜੀ, ਉਹ 1 ਸਾਲ ਵਾਸਤੇ ਵੈਲਿਡ ਹੈ। ਜਿਹੜੀ ਪੂਰੀ ਕੋਰਸ ਵੈਲਿਡਿਟੀ ਹੈ 1 ਸਾਲ ਵਾਸਤੇ ਵੈਲਿਡ ਹੈ। ਇਹ ਕਲੀਅਰ ਹੋ ਗਈ ਜੀ ਗੱਲ ਸਾਰੇ ਬੱਚਿਆਂ ਨੂੰ? ਪਲੀਜ਼ ਰਿਪਲਾਈ ਕਰਕੇ ਦੱਸੋ ਯੈਸ ਸਟੂਡੈਂਟਸ। ਤਾਂ ਆਪਣੇ ਕੋਲ ਸਾਰੇ ਵੀਡੀਓ ਕੋਰਸਿਸ, MCQ, ਟੋਟਲ ਜਿਹੜੀ ਵੈਲੀਡੇਸ਼ਨ ਹੈਗੀ ਹੈ ਜੀ, ਉਹ ਸਾਰੇ ਬੱਚਿਆਂ ਵਾਸਤੇ 1 ਸਾਲ ਦੇ ਲਈ ਵੈਲਿਡ ਹੈ। ਜਿਹੜੀ ਆਪਾਂ ਰੂਟੀਨ ਦੀ ਐਕਸਰਸਾਈਜ਼ ਕਰਦੇ ਹਾਂ ਉਹ ਆਪਾਂ ਹੁਣ ਸ਼ੁਰੂ ਕਰਨ ਜਾ ਰਹੇ ਹਾਂ, ਕਿਉਂਕਿ ਜਿਹੜੀ ਆਪਣੀ ਕਲਾਸ ਹੁੰਦੀ ਆ ਉਹਦੇ ਵਿੱਚ ਆਪਾਂ ਇੰਪੋਰਟੈਂਟ ਸਵਾਲ ਡਿਸਕਸ ਕਰਦੇ ਹਾਂ। ਉਹਨਾਂ ਦੇ ਜਿਹੜੀ ਖੱਬੇ ਸੱਜੇ ਜਾਂ ਉੱਪਰ ਨੀਚੇ ਜੋ ਵੀ ਤੁਸੀਂ ਲੈਂਥ ਬ੍ਰੈਡ ਦੇ ਹਿਸਾਬ ਨਾਲ ਕਹੋ, ਜਿਹੜੀ ਥਿਊਰੀ ਹੁੰਦੀ ਹੈ ਉਸ ਥਿਊਰੀ ਨੂੰ ਆਪਾਂ ਕੀ ਕਰਦੇ ਹਾਂ, ਪ੍ਰੈਕਟਿਸ ਕਰਦੇ ਹਾਂ। ਕਿਉਂਕਿ ਕੁਐਸਚਨ ਕਰਾਂਗੇ, ਕੁਝ ਗਲਤੀਆਂ ਹੋਣਗੀਆਂ, ਉਸ ਥਿਊਰੀ ਨੂੰ ਕੀ ਕੀਤਾ ਜਾਊਗਾ, ਦਰੁਸਤ ਕੀਤਾ ਜਾਊਗਾ। ਚਲੋ ਜੀ, ਇਹ ਆਪਾਂ ਪਿਛਲੀ ਕਲਾਸ ਦੇ ਵਿੱਚ ਲਿਖਿਆ ਸੀਗਾ, ਆਪਾਂ ਸਨੈਪਸ਼ਾਟ ਵੀ ਤੁਹਾਨੂੰ ਦਿਖਾਇਆ ਕਿ ਐਮਾਜ਼ੋਨ ਇੱਥੇ ਲਿਖਿਆ ਹੋਇਆ ਹੈ, ਐਮਾਜ਼ੋਨ ਪ੍ਰੋਪਰ ਤੁਹਾਨੂੰ ਵਿਜ਼ੀਬਲ ਹੈ, ਈਮੇਲ ID ਵਿਜ਼ੀਬਲ ਹੈ, ਪਾਸਵਰਡ ਤੁਸੀਂ ਆਪਦਾ ਉਸੇ ID ਤੇ ਪਾ ਰਹੇ ਹੋ। ਲੇਕਿਨ ਜਿਹੜਾ ਸਾਹਮਣੇ ਪੇਮੈਂਟ ਤੁਹਾਡੇ ਕੋਲੋਂ ਲੈ ਰਿਹਾ ਜੀ, ਉਹ ਐਮਾਜ਼ੋਨ ਵਾਲਾ ਨਹੀਂ ਲੈ ਰਿਹਾ, ਉਹ $N ਵਾਲਾ ਪਰਸਨ ਪੇਮੈਂਟ ਲੈ ਰਿਹਾ। ਤੁਹਾਨੂੰ ਅੱਜ ਕੱਲ੍ਹ ਪਤਾ ਹੀ ਹੈ, ਅੱਜ ਵੀ ਪਿਛਲੇ ਕਾਫੀ ਸਾਲਾਂ ਤੋਂ ਹੀ ਕੋਵਿਡ ਤੋਂ ਲੈ ਕੇ ਹੀ ਬਹੁਤ ਜ਼ਿਆਦਾ ਜਿਹੜੇ ਸਪੈਮਸ ਨੇ, ਜਿਹੜੇ ਅਟੈਕ ਨੇ, ਉਹ ਹੋ ਰਹੇ ਨੇ, ਸਾਈਬਰ ਅਟੈਕ। ਤਾਂ ਇਸ ਕਰਕੇ ਜੋ ਕਿ ਆਪਣੀ ਸਰਕਾਰ ਹੈ, ਸੈਂਟਰ ਦੀ ਵੀ ਸਟੇਟ ਦੇ ਵੀ ਦੋਹੀ ਚਿੰਤਾ ਦੇ ਵਿੱਚ ਨੇ ਤੇ ਉਹਦੇ ਉੱਪਰ ਬਹੁਤ ਵਧੀਆ ਤਰੀਕੇ ਨਾਲ ਕੰਮ ਚੱਲ ਰਿਹਾ। ਜਿਵੇਂ ਕਿ ਪਹਿਲਾ ਕੁਐਸਚਨ ਹੈ ਜੀ, ਪਿਛਲੀ ਕਲਾਸ ਦੇ ਵਿੱਚ ਆਪਾਂ ਦੱਸਿਆ ਸੀ ਕਿ ਆਪਾਂ ਇੱਥੋਂ ਸ਼ੁਰੂ ਕਰਾਂਗੇ। ਅ ਟਾਈਪ ਆਫ ਪ੍ਰੋਗਰਾਮ ਦੈਟ ਇਜ਼ ਇੰਸਟਾਲਡ ਔਨ ਯੂਰ ਪਰਸਨਲ ਕੰਪਿਊਟਰ ਟੂ ਕਲੈਕਟ ਦੀ ਇਨਫੋਰਮੇਸ਼ਨ ਅਬਾਊਟ ਅਸ। ਵੀ ਆਪਣੇ ਕੋਲ ਜਿਹੜੀ ਕੰਪਿਊਟਰ ਦੀ ਜਾਣਕਾਰੀ ਲਿੱਤੀ ਗਈ ਹੈ ਉਹ ਕਿੱਥੋਂ ਲਿੱਤੀ ਗਈ ਹੈ। ਐਡਵੇਅਰ ਉਹਦੇ ਵਿੱਚ ਇੰਸਟਾਲ ਕੀਤਾ ਗਿਆ, ਕੋਈ ਮੈਲਵੇਅਰ ਇੰਸਟਾਲ ਕੀਤਾ ਗਿਆ, ਕੋਈ ਸਪਾਈਵੇਅਰ ਇੰਸਟਾਲ ਕੀਤਾ ਗਿਆ ਜਾਂ ਹੈਕਰ ਇੰਸਟਾਲ ਕੀਤਾ ਗਿਆ। ਹੁਣ ਜਿਹੜੇ ਕਿ ਇੱਥੇ ਟੌਪਿਕ ਨੇ, ਆਪਣੇ ਕੋਲ ਜਿਹੜਾ ਟੌਪਿਕ ਹੋਊਗਾ ਇਹ ਮਸਲੇਨੀਅਸ ਹੋਊਗਾ ਜੀ, ਇਹ ਸਿੰਗਲ ਟੌਪਿਕ ਤੇ ਨੇ, ਕਿਉਂਕਿ ਹੋ ਸਕਦਾ ਕਿਸੇ ਦਾ ਕੋਈ ਟੌਪਿਕ ਸਟਰੋਂਗ ਹੋਵੇ, ਕੋਈ ਕਿਸੇ ਦਾ ਟੌਪਿਕ ਵੀਕ ਹੋਵੇ, ਲੇਕਿਨ ਸਿਲੇਬਸ ਦੇ ਹਿਸਾਬ ਨਾਲ ਆਪਾਂ, ਟ੍ਰੈਂਡ ਦੇ ਹਿਸਾਬ ਨਾਲ ਆਪਾਂ ਚੱਲ ਰਹੇ ਹਾਂ। ਤਾਂ ਆਪਣੇ ਕੋਲ ਜਿਹੜਾ ਵੀ ਆਪਣੇ PC ਦੇ ਉੱਪਰ ਇੰਸਟਾਲ ਕੀਤਾ ਜਾਊਗਾ ਜਾਂ ਆਪਣੇ ਤੋਂ ਇਨਫੋਰਮੇਸ਼ਨ ਲਿੱਤੀ ਜਾਊਗੀ ਡੀਅਰ ਸਟੂਡੈਂਟਸ, ਉਹ ਕੀ ਹੈ ਜੀ, ਸਪਾਈਵੇਅਰ ਥਰੂ ਲਿੱਤੀ ਜਾਏਗੀ। ਆ ਜਿੰਨੇ ਵੀ ਕੈਟੇਗਰੀ ਹੈਗੀ ਹੈ ਇਹ ਸਾਰੀ ਮਾਲਵੇਅਰ ਕੈਟੇਗਰੀ ਦੇ ਅੰਦਰ ਆਉਂਦੀ ਹੈ। ਐਡਵੇਅਰ ਕੀ ਹੈ, ਮੰਨ ਲਓ ਜੀ ਆਪਾਂ ਕ੍ਰਿਕ ਵਾਸਤੇ ਕੋਈ ਵੀ ਆਪਾਂ ਇਹਨੂੰ ਬਰਾਊਜ਼ਰ ਦੇ ਵਿੱਚ ਲਿਖਿਆ, ਜਾਂ ਆਪਾਂ ਆਜ ਤੱਕ .in ਲਿਖਤਾ, ਉਹਦੇ ਉੱਪਰ ਬਹੁਤ ਸਾਰੀ ਐਡਵਰਟੀਜ਼ਮੈਂਟ ਆਉਂਦੀ ਹੈ। ਕਈ ਵਾਰ ਆਪਾਂ, ਕਿਉਂਕਿ ਸਾਰਾ ਕਲਿੱਕ ਦੀ ਗੇਮ ਹੈ, ਕਈ ਵਾਰ ਕਲਿੱਕ ਹੋ ਜਾਂਦਾ, ਉਹ ਕਿਸੇ ਹੋਰ ਸਾਈਟ ਤੇ ਲੈ ਕੇ ਚਲਾ ਜਾਂਦਾ ਹੈ। ਜਾਂ ਫਿਰ ਤੁਸੀਂ ਕੀ ਕੀਤਾ, ਆਪਦਾ ਗੂਗਲ ਤੇ ਇਹਦੇ ਉੱਪਰ ਤੁਸੀਂ ਊਡਲ ਸਰਚ ਕੀਤਾ,
ਊਡਲਸ ਵੀ ਇੱਕ ਫੂਡ ਹੈ, ਠੀਕ ਹੈ ਜੀ। ਊਡਲਸ ਤੁਸੀਂ ਸਰਚ ਕੀਤਾ, ਇੱਥੇ ਡ੍ਰੌਪ ਕਰਤਾ, ਬਾਅਦ ਵਿੱਚ ਤੁਸੀਂ ਕਿੱਥੇ ਚਲੇ ਗਏ, ਇੰਸਟਾ ਆਈਡੀ ਤੇ ਚਲੇ ਗਏ ਜਾਂ ਫੇਸਬੁੱਕ ਤੇ ਚਲੇ ਗਏ, ਹੋਰ ਸੋਸ਼ਲ ਮੀਡੀਆ ਪਲੇਟਫਾਰਮ ਚਲੇ ਗਏ, ਤੁਹਾਨੂੰ ਇਹੀ ਵਰਡਿੰਗ ਕਿਸੇ ਹੋਰ ਐਪ ਥਰੂ ਮਿਲੇਗੀ, ਕਿਸੇ ਹੋਰ ਕੰਪਨੀ ਥਰੂ ਮਿਲੇਗੀ, ਕੋਈ ਹੋਰ ਵੈਂਚਰ ਥਰੂ ਮਿਲੇਗੀ, ਜਿਹਨੂੰ ਕਿ ਆਪਾਂ ਕਹਿੰਦੇ ਆ ਕੁਕੀਜ਼। ਕੁਕੀਜ਼ ਸਟੋਰ ਹੋ ਜਾਂਦੀਆਂ, ਉਹ ਕੁਕੀਜ਼ ਦੇ ਥਰੂ ਜਾਂ ਕੈਸ਼ ਮੈਮਰੀ ਥਰੂ ਆਪਾਂ ਨੂੰ ਇਹ ਮਿਲਦੀਆਂ। ਇਹਦਾ ਸਵਾਲ ਵੀ ਇਸ ਵਾਰ ਐਗਜ਼ਾਮ ਦੇ ਵਿੱਚ ਪੁੱਛਿਆ ਗਿਆ ਸੀ ਕਿ ਕੁਕੀਜ਼ ਕੀ ਹੁੰਦੀਆਂ ਨੇ, ਜਾਂ ਕੈਸ਼ੇ ਮੈਮਰੀ ਜਾਂ ਕੈਚੇ ਮੈਮਰੀ ਕੀ ਹੁੰਦੀ ਹੈ। ਹਾਂਜੀ, ਹੁਣ ਆਪਾਂ ਇਹਨਾਂ ਬਾਰੇ ਪੜ੍ਹਦੇ ਹਾਂ। ਮਾਲਵੇਅਰ ਕਿਹੜਾ ਹੁੰਦਾ ਜੀ? ਇੱਕ ਸੌਫਟਵੇਅਰ ਹੁੰਦਾ ਹੈ ਜਿਹਨੂੰ ਸਿਰਫ ਡਿਜ਼ਾਈਨ ਕੀਤਾ ਜਾਂਦਾ ਹੈ। ਜਿਵੇਂ ਆਪਾਂ ਕਹਿ ਦਿੰਦੇ ਕਿ ਵਾਇਰਸ ਬਣਿਆ ਜੀ, ਨਹੀਂ ਜੀ, ਬਣਾਇਆ ਗਿਆ ਜੀ, ਉਹ ਵੀ ਇੱਕ ਸੌਫਟਵੇਅਰ ਦਾ ਪਾਰਟ ਹੈ। ਵਾਈਟਲ ਇਨਫੋਰਮੇਸ਼ਨ ਰਿਸੋਰਸ ਅੰਡਰ ਸੀਜ਼ ਇਹਦੀ ਫੁੱਲ ਫਾਰਮ ਹੈ ਜੀ। ਵਾਈਟਲ ਇਨਫੋਰਮੇਸ਼ਨ ਰਿਸੋਰਸ ਅੰਡਰ ਸੀਜ਼ ਆਣੀ ਚਾਹੀਦੀ ਫੁੱਲ ਫਾਰਮ ਤੁਹਾਨੂੰ, ਕਿਉਂਕਿ ਇਸ ਪੇਪਰ ਦੇ ਵਿੱਚ ਪੁੱਛੀ ਜਾਂਦੀ ਹੈ। ਵਾਇਰਸ ਵੀ ਇੱਕ ਵਾਰ ਪੇਪਰ ਦੇ ਵਿੱਚ ਪੁੱਛਿਆ ਗਿਆ ਸੀ ਕਿ ਵਾਇਰਸ ਕੀ ਹੈ। ਵਾਇਰਸ ਵੀ ਇੱਕ ਸੌਫਟਵੇਅਰ ਦਾ ਨਾਮ ਹੈ ਜੀ। ਵਾਇਰਸ ਵੀ ਇੱਕ ਸੌਫਟਵੇਅਰ ਦਾ ਨਾਮ ਹੈ। ਤੁਸੀਂ ਖੁਦ ਦੇਖੋ, ਜਿਹੜਾ ਮਾਲਵੇਅਰ ਹੈ ਸਪੈਸ਼ਲ ਲਿਖਿਆ ਹੋਇਆ ਕਿ ਡਿਜ਼ਾਈਨ ਕੀਤਾ ਜਾਂਦਾ ਹੈ ਕੰਪਿਊਟਰ ਸਿਸਟਮ ਦੇ ਲਈ। ਉਹਦੇ ਵਿੱਚ ਕੀ ਆਉਂਦਾ ਹੈ ਜੀ ਕਿ ਕੁਝ ਪ੍ਰੋਗਰਾਮ ਰਨ ਕਰ ਰਹੇ ਹੈ, ਉਹਦੇ ਵਿੱਚ ਐਡਵਰਟੀਜ਼ਮੈਂਟ ਆ ਰਹੀ ਹੈ। ਸਪਾਈਵੇਅਰ ਕੀ ਹੈ ਕਿ ਆਪਣੀ ਸਾਰੀਆਂ ਐਕਟੀਵਿਟੀਜ਼ ਨੂੰ ਦੇਖਿਆ ਜਾ ਰਿਹਾ ਹੈ। ਵਾਇਰਸ ਕੀ ਹੈ? ਇੱਕ ਪ੍ਰੋਗਰਾਮ ਹੈ ਜੋ ਕਿ ਦੂਸਰੇ ਸੌਫਟਵੇਅਰ ਦੇ ਨਾਲ ਅਟੈਚ ਹੋ ਜਾਂਦਾ ਹੈ ਤੇ ਰੀਪਰੋਡਿਊਸ ਹੋਣਾ ਸ਼ੁਰੂ ਹੋ ਜਾਂਦਾ ਹੈ। ਜਿਵੇਂ ਕਿ ਆਪਣਾ ਇਨਸਾਨੀ ਤੌਰ ਤੇ ਗੱਲ ਕਰੀਏ, ਜੇ ਆਪਾਂ ਖਾਂਸੀ ਦੀ, ਜ਼ੁਕਾਮ ਦੀ, ਜਿਹਨੂੰ ਆਪਾਂ ਕਮਿਊਨੀਕੇਬਲ ਡਿਜ਼ੀਜ਼ ਕਹਿ ਦਿੰਦੇ ਹਾਂ, ਉਹ ਇੱਕ ਵਾਰ ਰਾਈਨੋ ਵਾਇਰਸ ਟ੍ਰਾਂਸਫਰ ਹੋ ਜਾਂਦਾ ਹੈ ਜਾਂ ਕਿਸੇ ਹਾਰਡਵੇਅਰ ਤੇ ਲੱਗ ਗਿਆ ਜਾਂ ਕਿਸੇ ਪੈਨ ਤੇ। ਹੁਣ ਮੰਨ ਲਓ ਇਹਨੂੰ ਸੈਨੀਟਾਈਜ਼ ਕਰਕੇ ਯੂਜ਼ ਕਰਦੇ ਆ ਨਾ, ਜਾਂ ਮੰਨ ਲਓ ਗਲਾਸ ਲੈ ਲਿਆ ਜਾਂ ਕਿਤੇ ਆਪਾਂ ਟਰੈਵਲਿੰਗ ਕਰ ਰਹੇ ਹਾਂ, ਉਸ ਤਰੀਕੇ ਨਾਲ ਹੀ ਬਹੁਤ ਸਾਰੇ ਸੌਫਟਵੇਅਰ ਜੋ ਆਪਾਂ ਪੈਨ ਡਰਾਈਵ ਥਰੂ ਹੈ ਜਾਂ ਆਪਾਂ ਕਿਤੇ ਕਲਿੱਕ ਕਰ ਰਹੇ ਹਾਂ, ਉੱਥੋਂ ਆਪਣੇ ਕੋਲ ਆਪਾਂ ਕੀ ਆਉਂਦਾ ਜੀ, ਵਾਇਰਸ ਇੰਸਟਾਲ ਹੋ ਜਾਂਦਾ। ਜਿਵੇਂ ਆਪਾਂ ਕਹਿੰਦੇ ਕਈ ਫਾਈਲਾਂ ਆਪਣੇ ਕੋਲ ਸਪੈਮ ਦੇ ਵਿੱਚ ਚਲੀਆਂ ਜਾਂਦੀਆਂ, ਜਿਵੇਂ ਆਪਣਾ ਜੀਮੇਲ ਹੈ ਉਹ ਵੀ ਸਕੈਨ ਕਰਦਾ ਜੋ ਆਪਾਂ ਫਾਈਲ ਡਾਊਨਲੋਡ ਕਰਦੇ ਹਾਂ। ਇਹਦੇ ਵਿੱਚ ਹਰ ਇੱਕ ਚੀਜ਼ ਖੁਦ ਵਿਜ਼ੂਅਲਾਈਜ਼ ਕਰਨ ਵਾਲੀ ਹੈ, ਜਿਹੜਾ ਕਿ ਤੁਸੀਂ ਕੰਪਿਊਟਰ ਖੁਦ ਪ੍ਰੈਕਟਿਸ ਕਰਦੇ ਹੋ। ਬੜੇ ਹੀ ਆਰਾਮਦਾਇਕ ਤਰੀਕੇ ਨਾਲ ਆਪਾਂ ਚੱਲ ਰਹੇ ਹਾਂ, ਕੁਐਸਚਨ ਦੇ ਨਾਲ ਨਾਲ ਥਿਊਰੀ ਤੇ ਨਾਲ ਨਾਲ ਐਕਸਪਲੇਨੇਸ਼ਨ। ਵਰਮ ਦੀ ਵੀ ਫੁੱਲ ਫਾਰਮ ਕੀ ਹੈ ਜੀ? ਰਾਈਟ ਵਨਸ, ਇੱਕ ਵਾਰ ਲਿਖਿਆ ਜਾਏਗਾ। ਰਾਈਟ ਵਨਸ, ਰੀਡ ਮੈਨੇ, ਲਿਖਿਆ ਇੱਕ ਵਾਰ ਹੋਊਗਾ ਜੀ, ਲੇਕਿਨ ਕੀ ਹੋਏਗਾ, ਉਹਨੂੰ ਰੀਡ ਬਹੁਤ ਜ਼ਿਆਦਾ ਵਾਰ ਕੀਤਾ ਜਾਏਗਾ। ਇਟ ਰੈਪਲੀਕੇਟ ਇਟਸੈਲਫ, ਇਹਦੇ ਵਿੱਚ ਕੋਈ ਹਿਊਮਨ ਇੰਟਰਵੈਂਸ਼ਨ ਲੋਡ ਨਹੀਂ ਹੁੰਦੀ। ਇੱਕ ਵਾਰ ਵਰਮ ਪ੍ਰੋਡਿਊਸ ਹੋ ਗਿਆ, ਆਪਣੇ ਆਪ ਹੀ ਮਿਊਟੇਟ ਹੁੰਦਾ ਰਹੇਗਾ। ਟਰੋਜਨ ਦੀ ਮੋਸਟ ਡੇਂਜਰਸ ਸੌਫਟਵੇਅਰ ਯੂਜ਼ ਟੂ obtain ਦੀ ਪਰਸਨਲ ਇਨਫੋਰਮੇਸ਼ਨ। ਜਿੰਨੇ ਵੀ ਅਟੈਕ ਹੁੰਦੇ ਨੇ, ਜੇ ਵੀ ਕਹਿੰਦੇ ਪੈਸੇ ਦੇ ਦਿਓ ਜੀ, ਜਾਂ 1 ਰੁਪਇਆ ਪਾ ਦਿਓ, ਜਾਂ ਗਿਫਟ ਦੇ ਦਿਓ, ਜਾਂ ਫਿਰ ਉਹ ਕਹਿੰਦੇ ਆ PSPC ਦਾ ਤੁਹਾਡਾ ਕਨੈਕਸ਼ਨ ਕੱਟ ਦਾਂਗੇ, ਇੱਦਾਂ ਦੇ ਬਹੁਤ ਸਾਰੇ ਮੈਸੇਜ ਆਉਂਦੇ ਆ। ਜਾਂ ਫਿਰ ਵੈਕਸੀਨ ਦਾ ਕੋਈ ਕੋਡ ਦੇ ਰਿਗਾਰਡਿੰਗ ਮੈਸੇਜ ਆਉਂਦਾ ਹੈ, ਜਾਂ ਕਿ ਅਸੀਂ ਤੁਹਾਡਾ ਪਾਰਸਲ ਲੈ ਕੇ ਆਏ ਹਾਂ ਜੀ, ਮਤਲਬ ਮੈਸਕਰੇਡਿੰਗ ਐਂਟਰੀ। ਜਾਂ ਫਿਰ ਆਪਾਂ ਨੂੰ ਕੋਸ਼ਿਸ਼ ਕੀਤੀਆਂ ਨੇ ਕਿ ਅਸੀਂ ਸਹੀ ਜਗ੍ਹਾ ਤੋਂ ਬੋਲ ਰਹੇ ਹਾਂ, ਤੁਸੀਂ ਸਾਨੂੰ ਕੀ ਕਰਨਾ ਹੈ ਜੀ, ਸਾਨੂੰ ਦੱਸਣਾ ਕਿ ਅਸੀਂ ਸਹੀ ਬੰਦੇ ਹਾਂ, ਤੇ ਪਰ ਕੋਡ ਦੇ ਦਿਓ। ਦੈਟ ਇਜ਼ ਕਾਲਡ ਐਜ਼ ਅ ਰੈਂਸਮਵੇਅਰ ਅਟੈਕ। ਰੈਂਸਮਵੇਅਰ ਅੱਗੇ ਆਏਗਾ ਜੀ, ਬਿਲਕੁਲ ਆਏਗਾ, ਨਾਲ ਨਾਲ ਥਿਊਰੀ ਨਾਲ ਨਾਲ ਸਵਾਲ। ਉਵੇਂ ਹੀ ਤੁਹਾਡੇ ਨਾਲ ਡਿਸਕਸ ਵੀ ਹੋਇਆ ਸੀ ਦੁਬਾਰਾ ਤੋਂ। ਇੱਕ ਅਟੈਕ ਹੋਏਗਾ ਵੈਬ ਬੇਸਡ, ਜਦੋਂ ਕਿ ਆਪਾਂ ਸਰਫਿੰਗ ਕਰ ਰਹੇ ਹਾਂ, ਨੈਟ ਤੇ ਕੋਈ ਕੰਮ ਕਰ ਰਹੇ ਹਾਂ। ਇੱਕ ਅਟੈਕ ਹੋਏਗਾ ਜੀ ਸਿਸਟਮ ਬੇਸਡ। ਸਾਰੀ ਥਿਊਰੀ ਆਪਾਂ ਇੱਕ ਕਲਾਸ 'ਚ ਨਹੀਂ ਕਰਾਂਗੇ, ਅਲੱਗ-ਅਲੱਗ ਤਰੀਕੇ ਨਾਲ ਕਰਾਂਗੇ। ਵੈਬ ਬੇਸ ਜਦੋਂ ਆਪਾਂ ਸਰਫਿੰਗ ਕਰ ਰਹੇ ਹਾਂ, ਸਿਸਟਮ ਮਤਲਬ ਕੀ ਹੈ ਕਿ ਜੀ ਇਹਦੇ ਵਿੱਚ ਕੁਝ ਲੈ ਕੇ ਆਏ ਕਿ ਸਰ ਉਹ ਫਾਈਲ ਤੋਂ ਲੈ ਲਓ ਜੀ ਪਲੀਜ਼, ਜਾਂ ਸਰ ਪੈਨ ਡਰਾਈਵ ਤੋਂ ਲੈ ਲਓ, ਸਰ ਇੱਦਾਂ ਲੈ ਲਓ, ਤਾਂ ਉਹਦੇ ਨਾਲ ਕੀ ਹੋਏਗਾ ਜੀ, ਉਹ ਸਿਸਟਮ ਦੇ ਉੱਪਰ ਅਟੈਕ ਕਰ ਦੇਗਾ ਇਨਸਰਟ ਕਰਕੇ। ਹਾਂਜੀ, ਹੁਣ ਵੈਬ ਬੇਸ ਦੇ ਆਪਾਂ ਦੇਖਦੇ ਹਾਂ, ਇਹਦੇ ਵਿੱਚ ਕੀ ਹੁੰਦਾ, ਕਈ ਵਾਰ ਆਪਾਂ ਕਹਿੰਦੇ ਆ ਕਿ ਜੀ ਪੇਜ ਫਾਊਂਡ ਨਹੀਂ ਹੋਇਆ ਜੀ, 104 ਆ ਗਿਆ ਜੀ, 101 ਆ ਗਿਆ ਜੀ, 102 ਆ ਗਿਆ, ਅਲੱਗ-ਅਲੱਗ ਕੋਡ ਆ ਜਾਂਦੇ ਜਦੋਂ ਆਪਾਂ ਫਾਈਲ ਭਰਦੇ ਹਾਂ। ਜਾਂ ਆਪਾਂ ਕਹਿੰਦੇ ਫਾਈਲ ਡਾਊਨਲੋਡ ਨਹੀਂ ਹੋਈ, ਉਹਦੇ ਵਿੱਚ ਕੀ ਹੁੰਦਾ ਕਿ ਸਰਵਿਸ ਡਿਨਾਈ ਹੁੰਦੀ ਰਹਿੰਦੀ ਹੈ। ਤੁਸੀਂ ਆਪਦੇ ਆਪ ਤੋਂ ਪੁੱਛ ਕੇ ਦੱਸੋ ਇਮਾਨਦਾਰੀ ਨਾਲ, ਜਦੋਂ ਤੁਹਾਡੇ ਕੋਲ ਪੇਟੀਐਮ ਤੋਂ ਪੇਮੈਂਟ ਨਹੀਂ ਹੁੰਦੀ, ਕੀ ਤੁਸੀਂ ਗੂਗਲ ਪੇ ਤੋਂ ਟਰਾਈ ਨਹੀਂ ਕਰਦੇ? ਹਾਂਜੀ ਸਰ, ਉਹ ਕਹਿਣਗੇ ਹਾਂਜੀ ਸਰ ਬਿਲਕੁਲ, ਸਾਨੂੰ ਕਿਵੇਂ ਪਤਾ? ਬਹੁਤ ਸਾਰੀ ਦੁਨੀਆ ਟਰਾਈ ਕਰਦੇ। ਫਿਰ ਉਹ ਕਹਿੰਦੇ ਜੀ ਚਲੋ ਗੂਗਲ ਪੇ ਤੋਂ ਨਹੀਂ ਟਰਾਈ ਹੋਈ ਤਾਂ ਠੀਕ ਹੈ ਜੀ, ਤਾਂ ਫੋਨਪੇ ਤੋਂ ਕਰ ਲੈਣੇ, ਇੱਥੋਂ ਨਹੀਂ ਹੋਈ ਤਾਂ ਐਮਾਜ਼ੋਨ ਪੇ ਤੋਂ ਕਰ ਲੈਣੇ, ਇੱਥੋਂ ਨਹੀਂ ਹੋਈ ਤਾਂ ਵਟਸਐਪ ਪੇ ਤੋਂ ਕਰ ਲੈਣੇ। ਭਾਈ ਸਾਹਿਬ, ਸਰਵਰ ਤਾਂ ਸੇਮ ਹੈ ਨਾ ਜੀ, ਜਿੱਥੋਂ ਜਾਣੀ ਹੈ ਪੇਮੈਂਟ ਤੇ ਜਿਹਨੇ ਰਿਸੀਵ ਕਰਨੀ ਹੈ। ਜਾਂ ਕਈ ਵਾਰ ਬੈਂਕ ਸਰਵਰ ਬਿਜ਼ੀ ਹੁੰਦਾ। ਡਿਨਾਈਲ ਆਫ ਸਰਵਿਸ, ਕਈ ਵਾਰ ਆਪਾਂ ਬਾਰ-ਬਾਰ ਯੂਜ਼ ਕਰਦੇ ਹਾਂ ਪੇਮੈਂਟ ਦੀ ਆਪਸ਼ਨ ਨੂੰ ਯੂਜ਼ ਕਰਨਾ, ਜਾਂ ਬਾਰ-ਬਾਰ ਆਪਾਂ ਕਨੈਕਟ ਕਰਨ ਦੀ ਕੋਸ਼ਿਸ਼ ਕਰਦੇ ਹਾਂ। ਜੇ ਆਪਾਂ ਨੂੰ ਕੀ ਕਹਿੰਦੇ ਆ ਜੀ ਪੰਜਾਬੀ ਦੇ, ਕਿ ਜਰਾ ਸਾਹ ਲੈ ਲਓ ਸ਼ਾਂਤੀ ਨਾਲ, ਸਰਮਾਈ ਨਾਲ, ਜਾਂ ਫਿਰ ਅੰਗਰੇਜ਼ੀ ਪੇਸ਼ੈਂਸ ਨਾਲ, ਆਰਾਮ 2 ਮਿੰਟ ਰੁਕ ਜਾਓ, ਕਿਉਂਕਿ ਉਸ ਦੇ ਉੱਪਰ ਕੁਛ ਨਾ ਕੁਛ ਫਲੱਡਿੰਗ ਟਾਰਗੇਟ ਹੁੰਦਾ ਹੈ ਕਿ ਇੱਥੋਂ ਆਪਾਂ ਕੁਛ ਨਾ ਕੁਛ ਲੈ ਲਈਏ ਤਾਂ ਡੇਟਾ ਵਗੈਰਾ ਮਿਲ ਜਾਏਗਾ ਤੇ ਅਟੈਕ ਹੋ ਜਾਏਗਾ।
ਇਸ ਕਰਕੇ ਹੁਣ ਆਪਾਂ ਕਹਾਂਗੇ ਸਰ ਉਹ ਕਿਵੇਂ ਜੀ, ਫਿਰ ਕਿਵੇਂ ਲਈ ਤਾਂ ਆਪਾਂ ਕੰਪਿਊਟਰ ਸਾਇੰਸ ਦੀ ਡਿਗਰੀ ਫੇਰ ਕਰਾਂਗੇ। ਤਾਂ ਇਸ ਕਰਕੇ ਆਫਲਾਈਨ ਟੈਗ ਵੀ ਇਦਾਂ ਹੁੰਦੇ, ਉਹ ਵੇਟ ਕਰ ਰਿਹਾ ਜਾਂਦਾ, ਜੇ ਆਪਾਂ ਕਹਿੰਦੇ ਸਟਾਕਿੰਗ ਹੋ ਰਹੀ ਆ, ਦੇਖਿਆ ਜਾ ਰਿਹਾ ਵੀ ਕੀ ਕਰ ਰਿਹਾ ਜੀ, ਫਿਰ ਡਕੈਤੀ ਹੋਏਗੀ। ਉਵੇਂ ਆਨਲਾਈਨ ਹੈ, ਆਪਾਂ ਨੂੰ ਜੋ ਚੀਜ਼ ਫੋਨ ਕਹਿ ਰਿਹਾ ਜਾਂ ਆਪਣਾ ਸਿਸਟਮ ਕਹਿ ਰਿਹਾ ਉਹ ਕੀ ਕਹਿ ਰਿਹਾ, ਤੁਸੀਂ ਆਪ ਦਾ ਪਰਸਨਲ ਵਿਊ ਵੀ ਦੇਖਿਓ ਉੱਤੇ ਕਿ ਓਕੇ ਲਿਖਿਆ ਜਾਂਦਾ ਕਿ ਓਕੇ ਡਿਡ ਨਾਟ ਰਿਪੋਰਟ ਜਾਂ ਸੈਂਡ ਦੀ ਰਿਪੋਰਟ ਜਾਂ ਵੇਟ ਫॉर ਦੀ ਐਪ ਟੂ ਰਿਸਪੌਂਡ। ਹਾਂਜੀ ਲਿਖਿਆ ਜਾਂਦਾ ਜੀ, ਦੱਸੋ ਲਿਖਿਆ ਹੁੰਦਾ ਨਾ, ਆਪਣਾ ਤਿੰਨੇ ਆਪਸ਼ਨਾਂ ਦੇ ਫੋਨ ਦੇ ਉੱਪਰ ਆਉਂਦਾ ਹੈ ਕਿ ਓਕੇ ਹੈ ਜਾਂ ਰਿਪੋਰਟ ਭੇਜੀਏ। ਉਹ ਵੀ ਕੀ ਕਹਿ ਰਿਹਾ ਹੁੰਦਾ ਕਿ ਹਾਲੇ ਰਿਸਪੌਂਡ ਨਹੀਂ ਦੇ ਪਾਵਾਂ, ਆਪਾਂ ਫਿਰ ਵੀ ਕੀ ਕਰਦੇ ਰਹੇ, ਨਹੀਂ ਇੱਕ ਅੱਧੀ ਵਾਰ ਤਾਂ ਕਰਕੇ ਦੇਖੋ, ਚੱਲਣਾ ਚਾਹੀਦਾ ਹੈ। ਇਸ ਕਰਕੇ ਨਹੀਂ ਕਰਨਾ ਉਹ ਡਿਕਸ਼ਨਰੀ ਟੈਗ। ਹੁਣ ਤੁਸੀਂ ਆਪਦੇ ਆਪ ਨਾਲ ਹੀ ਇਹ ਗੱਲ ਕਰਨੀ ਹੈ, ਮੇਰੇ ਨਾਲ ਨਹੀਂ ਗੱਲ ਕਰਨੀ। ਤੁਸੀਂ ਖੁਦ ਦੇਖੋ ਤੁਹਾਡਾ ਜੀਮੇਲ ਦਾ ਪਾਸਵਰਡ, ਤੁਹਾਡਾ ਫੇਸਬੁੱਕ ਦਾ, ਮੈਂ ਨਹੀਂ ਕਹਿ ਰਿਹਾ ਜੀ, ਫਿਰ ਮੈਂ ਤੁਹਾਨੂੰ ਕਹਿ ਰਿਹਾ ਤੁਸੀਂ ਆਪਦੇ ਆਪ ਨਾਲ ਗੱਲ ਕਰਨੀ ਹੈ। ਜੀਮੇਲ ਹੈ, ਫੇਸਬੁੱਕ ਹੈ, ਟਵਿੱਟਰ ਹੈ, ਇੰਸਟਾ ਹੈ, ਬੈਂਕਿੰਗ ਪਾਸਵਰਡ ਨੇ, XYZ ਜਿੰਨੇ ਵੀ ਪਾਸਵਰਡ ਨੇ, ਤੁਸੀਂ ਖੁਦ ਦੇਖੋ ਤੁਹਾਡੇ ਕੋਲ ਜਿਹੜਾ ਪਾਸਵਰਡ ਉਹ ਤੁਸੀਂ ਰੱਖਿਆ ਹੋਇਆ, ਜਾਂ ਈਵਨ ਫੋਨ ਦੀ ਸਕਰੀਨ ਦਾ ਕੋਈ ਪਾਸਵਰਡ ਹੋਏਗਾ, ਜਾਂ ਤੁਸੀਂ ਕੋਈ ਐਪਲ ਆਈਡੀ ਬਣਾਈ ਹੋਏਗੀ, MIID ਬਣਾਈ ਹੋਏਗੀ ਫੋਨ ਦੀ, ਲਗਭਗ ਉਹ ਆਪਾਂ ਕਹਿੰਦੇ 80-90% ਪਾਸਵਰਡ ਸੇਮ ਹੋਏਗਾ। ਕਿ ਕੁਛ ਅੱਖਰ ਪਿੱਛੇ ਕਰਤੇ ਜਾਂ ਉਹ ਲਾਈਨ ਅੱਗੇ ਕਰਤੀ ਜਾਂ ਇੱਧਰ ਕਰਤੀ। ਤਾਂ ਤੁਸੀਂ ਖੁਦ ਸੋਚੋ ਆਪਣੇ ਕੋਲੋਂ ਲਿਸਟ ਕਾਹਤੇ ਚੱਲ ਜਾਂਦੀ ਹੈ, ਕੈਸ਼ੇ ਜਾਂ ਕੁਕੀ 'ਚ ਕੁਛ ਨਾ ਕੁਛ ਜਿਹੜੇ ਆਪਾਂ ਅੱਖਰ ਪ੍ਰੈਸ ਕਰਦੇ ਹਾਂ, ਜਾਂ ਫਿਰ ਕੁਛ ਜਿਹਨੂੰ ਮੈਂ ਕਈ ਵਾਰ ਕਹਿੰਦਾ ਵਿਦਵਾਨ, ਉਹ ਕੀ ਕਹਿੰਦੇ ਜੀ, ਨਹੀਂ ਜੀ ਅਸੀਂ ਇੱਥੇ ਰਿਮੈਂਬਰ ਕਰ ਦੇਣਾ ਜੀ ਪਾਸਵਰਡ, ਜਾਂ ਫਿਰ ਉਹ ਕਾਰਡ ਨੰਬਰ ਰਿਮੈਂਬਰ ਕਰ ਦਿੰਦੇ ਆ। ਮੈਂ ਉਹਨਾਂ ਨੂੰ ਵਿਦਵਾਨ ਨਹੀਂ ਕਹਿੰਦਾ, ਕਿ ਜਦੋਂ ਇਸ ਟਾਈਮ ਦੇ ਵਿੱਚ ਸਾਰੇ ਲੋਕ ਕਹਿ ਰਹੇ ਆ, ਫਿਰ ਵੀ ਆਪਾਂ ਇੱਕ ਇੰਟੈਲੀਜੈਂਸੀ ਦਾ ਕੰਮ ਕਿਉਂ ਕਰ ਰਹੇ ਹਾਂ ਕਿ ਆਪਾਂ ਉੱਥੇ ਸੇਵ ਕਰਕੇ ਰੱਖਿਆ ਹੋਇਆ, ਦੁਬਾਰਾ ਤੋਂ ਤੁਸੀਂ ਉਹ ਚੀਜ਼ ਨੂੰ ਭਰ ਲਵੋ, ਕਿੰਨਾ ਕੁ ਟਾਈਮ ਲੱਗੇਗਾ। ਇਸ ਕਰਕੇ ਤੁਸੀਂ ਅੱਜ ਤੋਂ ਹੀ ਦੇਖੋ ਕਿ ਬੈਂਕ ਦਾ ਪਾਸਵਰਡ ਜੋ ਮਿਲਿਆ ਹੋਏਗਾ ਸ਼ਾਇਦ ਉਹੀ ਹੋਊਗਾ ਕੁਛ ਦਾ, ਜਾਂ ਫਿਰ ਕੁਛ ਨੇ ਚੇਂਜ ਕਰ ਲਿਆ ਹੋਏਗਾ। ਤਾਂ ਡਿਕਸ਼ਨਰੀ ਅਟੈਕ ਲਈ ਉਹਨਾਂ ਕੋਲ ਇੱਕ ਡਿਕਸ਼ਨਰੀ ਬਣ ਜਾਂਦੀ ਹੈ ਅਟੈਕਰਸ ਕੋਲ, ਕਿ ਹਾਂ ਇਹ ਪਰਸਨ ਇਹੀ ਕਰ ਰਿਹਾ ਹੋਏਗਾ। ਇੱਕ ਵਰਡ ਹੋਰ ਤੁਸੀਂ ਪਲੀਜ਼ ਕਾਪੀ ਤੇ ਲਿਖੋ, ਰਨਿੰਗ ਨੋਟਸ, ਜਿਹੜੇ ਕੁਝ ਬੱਚੇ ਨਵੇਂ ਯੂਜ਼ਰ ਜੁੜੇ ਨੇ, ਰਨਿੰਗ ਨੋਟ ਜਿਹੜੇ ਨਾਲ ਆਪਾਂ ਲਿਖਣਾ ਹੈ, ਕਿਉਂਕਿ ਇਹ ਪੁਆਇੰਟ ਲਿਖੇ ਨਹੀਂ ਵੇ ਜੀ ਉੱਥੇ ਉੱਪਰ, ਉਹਦੇ ਵਿੱਚ ਤੁਸੀਂ ਲਿਖਣਾ ਹੈ ਸੋਸ਼ਲ ਇੰਜੀਨੀਅਰਿੰਗ। ਸੋਸ਼ਲ ਇੰਜੀਨੀਅਰਿੰਗ ਕੀ ਹੋ ਗਿਆ ਜੀ, ਸੋਸ਼ਲ ਇੰਜੀਨੀਅਰਿੰਗ ਦੇ ਅੰਦਰ ਕੀ ਹੋਇਆ ਕਿ ਆਪਾਂ WhatsApp ਤੇ ਕੋਈ ਸਟੇਟਸ ਅਪਲੋਡ ਕਰਤਾ, Facebook ਦੇ ਉੱਪਰ ਆਪਾਂ ਕੋਈ ਸਟੇਟਸ ਅਪਲੋਡ ਕਰਤਾ ਕਿ ਜੀ ਮੈਂ ਇਹ ਕਰਨ ਜਾ ਰਿਹਾ, ਆਹ ਕਰਨ ਜਾ ਰਿਹਾ, ਜਾਂ Facebook ਤੇ ਲਿਖਿਆ ਟਰੈਵਲਿੰਗ ਟੂ ਦਿਸ ਪਲੇਸ, ਉਹਨਾਂ ਨੂੰ ਪਤਾ ਲੱਗ ਗਿਆ ਜੀ ਕਿ ਇਹਨਾਂ ਦੇ ਘਰੇ ਲੌਕ ਹੈ ਜੀ, ਚਲੋ ਜਾ ਸਕਦੇ। ਤੁਸੀਂ ਖੁਦ ਸੋਚੋ, ਸੇਮ ਆਪਾਂ ਕੋਈ ਚੀਜ਼ ਪਰਚੇਜ਼ ਕੀਤੀ, ਉਹਦਾ ਆਰਡਰ ਪਾਤਾ, ਜਾਂ ਕੁਛ ਆਪਾਂ ਬਿੱਲ ਵਗੈਰਾ ਪਾਤਾ, ਤਾਂ ਉਹ ਸਾਰੀਆਂ ਚੀਜ਼ਾਂ ਕੀ ਹੋਣਗੀਆਂ, ਜੀ ਉਹ ਸਾਰੀਆਂ ਚੀਜ਼ਾਂ ਸੋਸ਼ਲ ਇੰਜੀਨੀਅਰਿੰਗ ਸਾਹਮਣੇ ਵਾਲੇ ਨੂੰ ਦੇਖਣਗੇ ਕਿ ਇਹ ਪਰਸਨ ਕੀ ਕਰ ਰਿਹਾ, ਤਾਂ ਉਹੀ ਐਕਟੀਵਿਟੀ ਦੇਖ ਕੇ ਉਹ ਤੁਹਾਨੂੰ ਦੇਖਣਗੇ। ਜਿਵੇਂ ਕਿ ਆਪਣੇ ਫੋਨ ਦੇ ਅੰਦਰ ਇਹ ਪਤਾ ਹੁੰਦਾ ਕਿ ਗੂਗਲ ਕਰੋਮ ਜਿਹੜਾ ਹੈਗਾ ਉਹਦੇ ਉੱਪਰ ਇੰਨਾ ਇੰਟਰਨੈਟ ਚੱਲਿਆ, ਇੰਨੀ ਬੈਟਰੀ ਚੱਲੀ ਹੈ, ਇੰਸਟਾ ਦੇ ਉੱਪਰ ਇੰਨਾ ਚੱਲਿਆ, ਯੈਸ ਔਰ ਨੋ। ਤੁਸੀਂ ਆਪਦੇ ਆਪ ਨਾਲ ਗੱਲ ਕਰਨੀ ਹੈ ਸਵਾਲ ਦੇ ਅੰਦਰ। ਸੋ ਮੈਂ ਪਹਿਲਾਂ ਦੱਸਿਆ, ਤੁਸੀਂ ਕਹੋਗੇ ਹਾਂਜੀ ਸਰ ਸਾਡੇ ਫੋਨ ਨੂੰ ਪਤਾ ਹੁੰਦਾ ਜੀ ਕਿੰਨਾ ਨੈਟ ਚੱਲਿਆ, ਤੇ ਫਿਰ ਜਿਹੜਾ ਸਾਹਮਣੇ ਬੰਦਾ ਬੈਠਾ ਨੈਟ ਤੇ, ਉਹ ਜਿਹੜਾ ਜਿਹਨੇ ਚੋਰੀ ਕਰਨੀ ਉਹਨੂੰ ਨਹੀਂ ਪਤਾ ਹੋਏਗਾ, ਬਿਲਕੁਲ ਪਤਾ ਹੋਏਗਾ। ਇਹਦੇ ਵਿੱਚ ਤਾਂ ਕੁਛ ਨਹੀਂ, ਟਰੈਕਿੰਗ ਐਡਵਾਈਸ ਨਹੀਂ ਹੈਗਾ, ਕੰਪਨੀ ਨੇ ਕੁਛ ਨਹੀਂ ਲੈਣਾ ਹੈਗਾ, ਬਟ ਫਿਰ ਵੀ ਉਹ ਚੀਜ਼ਾਂ ਨੂੰ ਰੀਡ ਕੀਤਾ ਜਾਂਦਾ ਕਿ ਕਿੰਨਾ ਸਮਾਂ ਉਹ ਪਰਸਨ ਇੰਟਰਨੈਟ ਤੇ ਬੈਠਾ, ਕਿੰਨਾ ਸਮਾਂ YouTube ਤੇ ਬੈਠਿਆ। ਦੈਨ URL ਇੰਟਰਪ੍ਰੀਟੇਸ਼ਨ, ਯੂਨੀਫਾਰਮ ਰਿਸੋਰਸ ਲੋਕੇਟਰ, ਜਿਹਦੇ ਵਿੱਚ ਕੁਝ ਪਾਸਵਰਡਸ ਨੂੰ, ਕੁਝ ਤਰੀਕਿਆਂ ਨੂੰ, ਪਾਰਟਸ ਨੂੰ ਚੇਂਜ ਕੀਤਾ ਜਾਂਦਾ ਹੈ। ਕਿਵੇਂ ਚੇਂਜ ਕੀਤਾ ਜਾਂਦਾ ਹੈ, ਜਿਵੇਂ ਕਿ ਐਗਜ਼ਾਮਪਲ ਬਿਸਲੇਰੀ, ਤੁਸੀਂ ਬਹੁਤ ਦਫਾ ਬਾਹਰ ਟਰੈਵਲ ਕੀਤਾ ਹੋਏਗਾ, ਤਾਂ ਉੱਥੇ ਬਿਸਲੇਰੀ ਦੀ ਬੋਟਲ ਸਕਾਈ ਬਲੂ ਕਲਰ ਦੇ ਵਿੱਚ ਜਾਂ ਲਾਈਟ ਗ੍ਰੀਨ ਕਲਰ ਦੇ ਅੰਦਰ ਮਿਲਦੀ ਹੈ ਤੁਹਾਨੂੰ, ਜਾਂ ਆਪਾਂ ਐਕੁਆਫੀਨਾ ਦੀ ਗੱਲ ਕਰਦੇ ਹਾਂ, ਤਾਂ ਉਹ ਨੰਬਰ ਕੀ ਕਰਦੇ, ਉਹ ਚੇਂਜ ਕਰ ਦਿੰਦੇ, ਉਹਨੂੰ ਐਕੁਆਫੀਨਾ ਨਹੀਂ ਕਰਦੇ, ਪੈਪਸੀ ਦੀ ਬੋਟਲ ਹੈ, ਐਕੁਆਫਾਈਨ ਕਰਤਾ, ਬਿਸਲੇਰੀ ਨੂੰ ਬਸ ਬਿਸਲੀ ਕਰਤਾ, ਠੀਕ ਹੈ ਜੀ, ਜਾਂ ਬਿਲਸੀ ਕਰਤਾ। ਬਹੁਤ ਸਾਰੇ ਐਨ ਨੰਬਰ ਆਫ ਪੈਟਰਨਸ ਆ, ਆਪਾਂ ਨੂੰ ਕੀ ਲੱਗਦਾ ਜੀ ਕਿ ਹਾਂ ਸੇਮ ਹੀ ਹੋਏਗਾ। ਜਿਵੇਂ ਕਿ ਇੱਥੇ ਹੁਣ ਜਿਹਨੇ ਪਾਸਵਰਡ ਭਰਿਆ ਹੋਏਗਾ ਉਹ ਤਾਂ ਗਿਆ ਨਾ ਜੀ, ਉਹਨੇ ਤਾਂ ਲੱਗਿਆ ਕਿ Amazon ਦੇ ਪਾਸਵਰਡ ਭਰਿਆ ਜੀ, ਈਮੇਲ ਇਹ ਹੈ, ਪਾਸਵਰਡ ਇਹ ਹੈ, ਪਰ ਪੇਮੈਂਟ ਕਿੱਥੇ ਹੋ ਰਹੀ ਹੈ ਜੀ, ZONN ਤੇ ਪੇਮੈਂਟ ਹੋ ਰਹੀ ਹੈ। ਇਹਨੂੰ ਆਪਾਂ ਕਹਿੰਦੇ ਹਾਂ ਜੀ, ਲਿਖਿਆ ਹੋਇਆ ਸਪੂਫਡ ਵੈਬਸਾਈਟ, URL ਯੂਨੀਫਾਰਮ ਰਿਸੋਰਸ ਲੋਕੇਟਰ। ਇਹਦੇ ਵਿੱਚ ਕੁਝ ਪਾਰਟਸ ਨੂੰ ਚੇਂਜ ਕੀਤਾ ਜਾਂਦਾ, ਜਿਵੇਂ ਤੁਹਾਨੂੰ ਮੈਂ ਇੱਕ ਬੋਟਲ ਦੀ ਐਗਜ਼ਾਮਪਲ ਦੇ ਨਾਲ ਸਮਝਾਇਆ ਕਿ ਕੰਪਨੀਜ਼ ਤਾਂ ਹੀ ਬਾਰ-ਬਾਰ ਐਡ ਕਰਦੀਆਂ, ਤਾਂ ਹੀ ਬਾਰ-ਬਾਰ ਲੋਗੋ ਦੇ ਅੰਦਰ ਕੁਛ ਨਾ ਕੁਛ ਚੇਂਜਸ ਕਰਦੀਆਂ ਕਿ ਆਪਦੇ ਜਿਹੜੇ ਉਹਨਾਂ ਦੇ ਲੋਇਲ ਕਸਟਮਰ ਉਹ ਬਣੇ ਰਹਿਣ। ਜਿਵੇਂ ਹਰ ਬੋਟਲ ਬਿਸਲੇਰੀ ਨਹੀਂ ਹੋਤਾ, ਜਾਂ ਜਿਹੜੀ ਕੋਡਿੰਗ ਹੈ ਉਹ ਚੇਂਜ ਕੀਤੀ ਜਾਂਦੀ, ਜਾਂ ਫਿਰ ਉੱਪਰ ਟ੍ਰੇਡਮਾਰਕ ਲਗਾਇਆ ਜਾਂਦਾ ਹੈ, ਜਾਂ ਕਾਪੀਰਾਈਟ ਦਾ ਸਿੰਬਲ ਦਿੱਤਾ ਜਾਂਦਾ ਹੈ ਕਿ ਬਾਰ-ਬਾਰ ਕੋਈ ਵੀ ਪਰਸਨ ਨਾਲ ਧੋਖਾ ਨਾ ਹੋਵੇ। ਹਾਂਜੀ, ਅਗਲਾ ਟੈਗ ਹੈਗਾ ਜੀ ਫਾਈਲ ਇਨਕਲੂਜਨ। ਹੁਣ ਆਪਾਂ ਪਤਾ ਹੈ ਜੀ ਕੀ ਕਰਦੇ ਹਾਂ ਜੀ, ਫ੍ਰੀ
ਕੁਛ ਲੱਭਣ ਦੇ ਜ਼ਰੀਏ ਕੀ ਕਰਦੇ ਆ, ਜੋ ਫ੍ਰੀ ਤੇ ਕਲਿੱਕ ਕਰਦੇ ਆ, ਕੀ ਹੁੰਦਾ ਜੀ, ਕੁਛ ਨਾ ਕੁਛ ਹੋਰ ਫਾਈਲ ਡਾਊਨਲੋਡ ਹੋ ਜਾਂਦੀ ਹੈ। ਤਾਂ ਉਸ ਦੇ ਨਾਲ ਇੱਕ ਹੋਰ ਐਕਸਟਰਾ ਫਾਈਲ ਐਡ ਕੀਤੀ ਹੁੰਦੀ ਹੈ। ਜਿਵੇਂ ਤੁਸੀਂ ਘਰੇ ਕਰਕੇ ਦੇਖ ਲਿਓ, ਇੱਕ ਮੈਮੂ ਸੈਟਅਪ ਹੈ ਇਹ, ਜਿਵੇਂ ਜਾਂ ਬਲੂ ਸਟੈਕਸ ਪਲੇਅਰ ਹੈ, ਕਲਿੱਕ ਕਰਾਂਗੇ ਨਾ ਉਹ ਪਤਾ ਕੀ ਕਹੂਗਾ, ਪਹਿਲਾਂ ਬਰਾਊਜ਼ਰ ਇੰਸਟਾਲ ਕਰੋ ਫਿਰ ਇਹ ਇੰਸਟਾਲ ਹੋਏਗਾ। ਪਹਿਲਾਂ ਇਹ ਬਰਾਊਜ਼ਰ ਇੰਸਟਾਲ ਕਰੋ ਫਿਰ ਇਹ ਇੰਸਟਾਲ ਹੋਏਗਾ। अब ਦੇਖੋ ਆਪਾਂ ਨੂੰ ਨਹੀਂ ਪਤਾ ਕਿ ਫਾਈਲ ਸਹੀ ਹੈ ਕਿ ਨਹੀਂ ਸਹੀ ਹੈ। ਫਰੋਮ ਦੀ ਵੈਬ ਸਰਵਰ ਟੂ ਐਗਜ਼ੀਕਿਊਟ ਮਲੇਸ਼ੀਅਸ ਫਾਈਲਸ ਔਨ ਦੀ ਵੈਬ ਸਰਵਰ ਬਾਈ ਮੇਕਿੰਗ ਯੂਜ਼ ਆਫ ਇਨਕਲੂਡ ਫੰਕਸ਼ਨੈਲਿਟੀ। ਮੈਂ ਤੁਹਾਨੂੰ ਸਾਰਾ ਹੀ ਇਹ ਟਰਾਂਸਲੇਟ ਕਰਕੇ ਹੀ ਦੱਸ ਰਿਹਾ ਪੰਜਾਬੀ ਦੇ ਵਿੱਚ, ਕਿਉਂ ਇੰਗਲਿਸ਼ ਦੇ ਵਿੱਚ ਤਾਂ ਤੁਸੀਂ ਨਾਰਮਲ ਪੜ੍ਹ ਹੀ ਰਹੇ ਹੋ ਮੈਨੂੰ। ਦੈਨ ਮੈਨ ਇਨ ਦੀ ਮਿਡਲ। ਮੈਨ ਇਨ ਦੀ ਮਿਡਲ ਦੇ ਵਿੱਚ ਕੀ ਹੁੰਦਾ, ਜਦੋਂ ਆਪਾਂ ਗੂਗਲ ਪੇ ਤੇ ਪੇਮੈਂਟ ਕਰਦੇ, ਇਹ ਵੀ ਆਪਦੇ ਆਪ ਨਾਲ ਗੱਲ ਕਰਨੀ ਹੈ। ਗੂਗਲ ਪੇ ਤੇ ਪੇਮੈਂਟ ਕਰਦਿਆਂ ਸਮੇਂ, ਚਲੋ ਆਹ ਵਾਲਾ ਗ੍ਰੀਨ ਕਲਰ ਲੈ ਲੈਣਾ, ਪਰ ਹੋ ਸਕਦਾ ਤੁਹਾਨੂੰ ਵਿਜ਼ੀਬਲ ਹੋ, ਮੈਂ ਥੋੜਾ ਡਾਰਕ ਕਰ ਦਾਂਗਾ। ਇਸ ਤਰੀਕੇ ਦਾ ਇੱਕ ਆਈਕਨ ਬਣਿਆ ਹੁੰਦਾ ਜਦੋਂ ਆਪਾਂ ਗੂਗਲ ਪੇ ਤੇ ਪੇਮੈਂਟ ਕਰਦੇ ਹਾਂ, ਪੇਮੈਂਟ ਦਾ ਆਪਸ਼ਨ ਭਰਦੇ ਹਾਂ, ਫਿਰ ਬੈਂਕ ਚੂਜ਼ ਕਰਦੇ ਹਾਂ। ਜਦੋਂ ਆਪਾਂ ਨੇ ਆਪਦਾ ਐਮਪਿਨ ਭਰਨਾ ਹੁੰਦਾ ਜਾਂ OTP ਜਿਹੜਾ ਲਿਖਿਆ ਹੁੰਦਾ ਉਹ ਭਰਨਾ ਹੁੰਦਾ, ਉਦੋਂ ਹੀ ਲਿਖਿਆ ਹੁੰਦਾ ਨੋ ਰਿਸਕ ਫਾਊਂਡ। ਹੁਣ ਕੁਝ ਬੱਚੇ ਕੀ ਸੋਚ ਰਹੇ ਹੋਣਗੇ ਕਿ ਅੱਛਾ ਸਰ ਇਹ ਵਾਲਾ ਆਈਕਨ ਵੀ ਆਉਂਦਾ, ਸਰ ਅਸੀਂ ਤਾਂ ਕਦੇ ਦੇਖਿਆ ਨਹੀਂ। ਉੱਪਰ ਇੱਕ ਪੱਟੀ ਬਣੀ ਜਾਂਦੀ ਹੈ ਗ੍ਰੀਨ ਕਲਰ ਦੀ, ਉਹਦੇ ਵਿੱਚ ਇੱਦਾਂ ਦਾ ਸਿੰਬਲ ਹੁੰਦਾ ਕਿ ਜੀ ਕੋਈ ਰਿਸਕ ਹੈ ਨਹੀਂ ਹੈਗਾ ਜੀ, ਤੁਸੀਂ ਪੇਮੈਂਟ ਕਰ ਸਕਦੇ ਹੋ। ਲੇਕਿਨ ਆਪਾਂ ਨੂੰ ਕੀ ਹੁੰਦਾ ਜੀ, ਸੋਸ਼ਲ ਇੰਜੀਨੀਅਰਿੰਗ ਜਾਂ ਜਲਦਬਾਜ਼ੀ ਨਾਲ ਬਸ ਪੇਮੈਂਟ ਹੋ ਜੇ, ਬਸ ਜਲਦੀ ਪੇਮੈਂਟ ਹੋ ਜੇ, ਹਾਂਜੀ ਹੋ ਗਈ ਜੀ ਪੇਮੈਂਟ, ਅੱਛਾ ਫਿਰ ਆਪਾਂ ਕਹਿੰਦੇ ਹਾਂਜੀ ਆਹ ਦੇਖੋ ਜੀ, ਆਹ ਲਓ ਜੀ ਹੋ ਗਿਆ ਜੀ। ਆਪਾਂ ਨੇ ਆ ਕੇ ਦੇਖੇ ਨਹੀਂ। ਉਵੇਂ ਮੈਨ ਇਨ ਦੀ ਮਿਡਲ ਦੇ ਵਿੱਚ ਇਹੀ ਹੋਏਗਾ ਕਿ ਜਦੋਂ ਆਪਾਂ ਪੇਮੈਂਟ ਦੇਖੀ ਨਹੀਂ, ਕਾਤੇ ਕਰ ਰਹੇ ਹਾਂ ਜੀ, ਕੋਈ ਫੀਸ ਡਿਪੋਜ਼ਿਟ ਕਰ ਰਹੇ ਹਾਂ, ਕੋਈ 에ਅਰ ਦੀ ਟਿਕਟ ਬੁੱਕ ਕਰ ਰਹੇ ਹਾਂ, ਟ੍ਰੇਨ ਦੀ ਟਿਕਟ ਬੁੱਕ ਕਰ ਰਹੇ ਹਾਂ, ਉਦੋਂ ਲੈਪਟਾਪ ਤੇ ਆਪਾਂ ਕਰ ਰਹੇ ਨਾਰਮਲੀ, ਕਈ ਵਾਰ ਫੋਨ ਤੇ ਨਹੀਂ ਹੁੰਦੀ ਤਾਂ ਉਸ ਦੇ ਦੌਰਾਨ 4 ਤੋਂ ਲੈ ਕੇ 5 ਮਿੰਟ ਦਾ ਇੱਕ ਟਾਈਮ ਆਪਾਂ ਨੂੰ ਦਿੱਤਾ ਜਾਂਦਾ, ਸੈਸ਼ਨ ਦਿੱਤਾ ਜਾਂਦਾ, ਜਿਹਦੇ ਵਿੱਚ ਆਪਾਂ ਪੇਮੈਂਟ ਕਰਨੀ ਹੁੰਦੀ ਹੈ, ਜਾਂ ਕ੍ਰੈਡਿਟ ਕਾਰਡ ਤੋਂ, ਡੈਬਿਟ ਕਾਰਡ ਤੋਂ, ਜਾਂ UPI ਪੇਮੈਂਟ ਦੇ ਥਰੂ ਆਪਾਂ ਮੈਸੇਜ ਸੈਂਡ ਕਰਦੇ ਹਾਂ। ਤਾਂ ਹੀ ਕਿ ਜਿਹੜਾ ਕੰਪਿਊਟਰ ਆ ਉਹ ਪਰਸਨਲ ਇੱਕ ਸਬਜੈਕਟ ਹੈ, ਪਰਸਨਲ ਇੱਕ ਵਿਜ਼ੂਅਲਾਈਜੇਸ਼ਨ ਹੈ। ਇਹਦੇ ਵਿੱਚ ਸਿਰਫ ਯਾਦ ਰੱਖਣਾ ਹੁੰਦਾ ਕਿ ਕੀ ਤੁਸੀਂ ਵਿਜ਼ੂਅਲਾਈਜ਼ ਕੀਤਾ ਹੈ, ਜਾਂ ਜਿਹੜਾ ਨਹੀਂ ਯਾਦ ਹੋਇਆ ਕਿਉਂ ਨਹੀਂ ਹੋਇਆ, ਕਿਉਂਕਿ ਆਪਾਂ ਅਬਜ਼ਰਵ ਹੀ ਨਹੀਂ ਕੀਤਾ। ਅਬਜ਼ਰਵ ਕਰਾਂਗੇ ਤਾਂ ਵਿਜ਼ੂਅਲਾਈਜ਼ ਹੋਏਗਾ। ਤਾਂ ਹੀ ਮੈਂ ਤੁਹਾਨੂੰ ਕਹਾਂ ਕਿ ਆਪਦੇ ਆਪ ਨਾਲ ਗੱਲ ਕਰਨੀ ਅੱਜ ਦੇ ਟੌਪਿਕ ਦੇ ਵਿੱਚ, ਕੀ ਤੁਸੀਂ ਕਰਦੇ ਹੋ, ਕੀ ਤੁਸੀਂ ਨਹੀਂ ਕਰਦੇ। ਤੁਸੀਂ ਕੁਛ ਹੋਰ ਐਕਸਟਰਾ ਕਰ ਦਿਓਗੇ ਕਮੈਂਟ 'ਚ ਦੱਸ ਦਿਓ, ਆਪਾਂ ਅਗਲੀ ਕਲਾਸ 'ਚ ਫਿਰ ਡਿਸਕਸ ਕਰ ਲਾਂਗੇ। ਮੈਨ ਇਨ ਦੀ ਮਿਡਲ ਉਦੋਂ ਕੀ ਹੁੰਦਾ, ਕੁਛ ਨਾ ਕੁਛ ਪਰਸਨ ਆਏਗਾ ਤਾਂ ਪੇਮੈਂਟ ਕਿਸੇ ਹੋਰ ਜਗ੍ਹਾ ਤੇ ਹੋ ਜੂਗੀ। ਤੁਸੀਂ ਆਸ-ਪਾਸ ਸੁਣਿਆ ਵੀ ਹੈ ਕਿ ਜੋ ਪੇਮੈਂਟ KYC ਕਰਾ ਰਹੇ ਸੀ 2 ਲੱਖ ਨਿਕਲ ਗਿਆ ਜੀ, ਉਹ KYC ਕਰਾ ਰਹੇ 40,000 ਨਿਕਲ ਗਿਆ ਜੀ, ਉਹ ਕੁਛ ਕੋਡ ਭਰ ਰਹੇ ਸੀ ਉਹਨਾਂ ਦੇ 10,000 ਨਿਕਲ ਗਿਆ, 20,000। ਇੱਦਾਂ ਦਾ ਰੋਜ਼ ਇੱਕ ਸ਼ਬਦ ਆਪਾਂ ਇੱਕ ਖਬਰ ਜ਼ਰੂਰ ਸੁਣਦੇ ਹਾਂ ਨਿਊਜ਼ਪੇਪਰ ਦੇ ਅੰਦਰ, ਤੇ ਇਹਦਾ ਜਿਹੜਾ ਵਰਡ ਲਿਖਿਆ ਹੁੰਦਾ ਜੀ ਇੰਗਲਿਸ਼ ਦਾ, ਉਹ ਲਿਖਿਆ ਹੁੰਦਾ ਹੈ ਡਿਊਪਡ, ਕਿ ਪੈਸੇ ਬੰਦੇ ਦੇ ਡੁੱਬ ਗਏ ਜਾਂ ਉਸ ਬੰਦੇ ਨਾਲ ਠੱਗੀ ਮਾਰ ਲਈ ਉਨੇ ਪੈਸਿਆਂ ਦੀ। ਹਾਂਜੀ ਮੈਂ ਤੁਹਾਨੂੰ ਪਹਿਲਾਂ ਦੱਸਿਆ ਸੀ ਜੀ 2 ਤਰੀਕੇ ਦੇ ਅਟੈਕ ਹੋਣਗੇ, ਇੱਕ ਵੈਬ ਬੇਸਡ, ਇੱਕ ਸਿਸਟਮ ਬੇਸਡ। ਤਾਂ ਉਹ ਸਿਸਟਮ ਦੇ ਵਿੱਚ ਕੀ ਆ ਗਿਆ, ਵਾਇਰਸ ਦੀ ਫੁੱਲ ਫਾਰਮ ਜਿਹੜੀ ਤੁਹਾਨੂੰ ਮੈਂ ਦੱਸੀ ਸੀ, ਵਾਈਟਲ ਇਨਫੋਰਮੇਸ਼ਨ ਰਿਸੋਰਸ ਅੰਡਰ ਸੀਜ਼, ਜਿਹੜੀ ਕਿ ਇਨਫੋਰਮੇਸ਼ਨ ਹੈ ਸਟੋਰ ਨੂੰ ਰੱਖ ਲੈਂਦਾ। ਤਾਂ ਜਿਹੜਾ ਵਾਇਰਸ ਹੋਏਗਾ ਉਹ ਕੀ ਕਰੇਗਾ ਜੀ, ਈਮੇਲ ਅਟੈਚਮੈਂਟ ਨਾਲ ਵੀ ਆ ਸਕਦਾ। ਜਿਹੜਾ ਪੁਆਇੰਟ ਹੈ ਪੇਪਰ ਦੇ ਵਿੱਚ ਕੁਐਸਚਨ ਆਵੇ ਕਿ ਇਹਨਾਂ ਦੇ ਵਿੱਚੋਂ ਕਿਹੜਾ ਵਾਇਰਸ ਹੈ ਜਾਂ ਕਿਹੜਾ ਲੌਗਇਨ ਹੋ ਰਿਹਾ, ਕਲਿਕਿੰਗ ਔਨ ਦੀ ਐਗਜ਼ੀਕਿਊਟੇਬਲ ਫਾਈਲ। ਹਾਂਜੀ ਇਹ ਵਾਲਾ ਕੁਐਸਚਨ ਸੀ ਪੇਪਰ ਦੇ ਵਿੱਚ, ਕੀ ਲਿਖਿਆ ਹੋਇਆ ਸੀ ਕਿ .exe ਦਾ ਮਤਲਬ ਕੀ ਹੈ, ਪੁੱਛਿਆ ਗਿਆ ਜੀ .exe ਦਾ ਮਤਲਬ ਕੀ ਹੈ। ਹੁਣ .exe ਦਾ ਮਤਲਬ ਕੀ ਹੁੰਦਾ ਜੀ, ਐਗਜ਼ੀਕਿਊਟੇਬਲ ਫਾਈਲ। ਆਪਾਂ MS ਆਫਿਸ ਜਾਂ ਕੋਈ ਸੌਫਟਵੇਅਰ ਇੰਸਟਾਲ ਕੀਤਾ ਹੋਏਗਾ, ਉਹਦੇ ਵਿੱਚ ਵੀ ਕੀ ਹੋਏਗਾ .exe ਲਿਖਿਆ ਹੋਏਗਾ, ਮੀਨਸ ਐਗਜ਼ੀਕਿਊਟਿਵ ਜਾਂ ਇਨਫੈਕਟਡ। ਹੁਣ ਹਾਂਜੀ ਵੈਬਸਾਈਟ ਵੀ ਕਦੇ ਇਨਫੈਕਟਡ ਹੋਈ ਹੈ। ਆਪਾਂ ਇਨਫੈਕਟਡ ਦਾ ਮਤਲਬ ਕਿ ਕਲਿੱਕ ਅੱਜ ਤੱਕ ਤੇ ਕੀਤਾ, ਉੱਥੇ ਬਹੁਤ ਸਾਰੇ ਐਡਵਰਟੀਜ਼ਮੈਂਟ ਆ ਰਹੀ ਸੀ ਜੀ, ਅਸੀਂ ਉੱਧਰ ਚੱਲ ਗਏ ਜੀ। ਐਮਾਜ਼ੋਨ ਤੇ ਜੀ ਆਪਾਂ ਪ੍ਰੋਡਕਟ ਸੈਲਿੰਗ ਹੁੰਦੀ ਹੈ, OLX ਤੇ ਹੁੰਦੀ ਹੈ, ਬਹੁਤ ਸਾਰੇ ਪਰਸਨ ਨਾਲ ਉੱਥੇ ਵੀ ਸਕੈਮ ਹੋ ਜਾਂਦਾ। ਉਹ ਕਿਹੜਾ ਇਸ ਚੀਜ਼ ਦੀ ਗਰੰਟੀ ਲੈਂਦਾ ਕਿ ਅਸੀਂ ਵੇਚ ਰਹੇ ਨਹੀਂ ਵੇਚ ਰਹੇ, ਉਹ ਤਾਂ ਨੀਚੇ ਲੈਣ ਲਿਖ ਕੇ ਵਿਹਲੇ ਹੋ ਜਾਂਦੇ ਆ ਵੀ ਨਹੀਂ ਜੀ, 'ਚ ਸਾਡੀ ਕੋਈ ਜ਼ਿੰਮੇਵਾਰੀ ਨਹੀਂ। ਐਂਡ ਵਿਊਇੰਗ ਐਨ ਇਨਫੈਕਟਡ ਵੈਬਸਾਈਟ ਐਡਵਰਟੀਜ਼ਮੈਂਟ। ਦੇਖੋ ਜੀ ਹੁਣ ਮੰਨ ਲਓ ਆਪਾਂ YouTube ਤੇ ਕੁਝ ਦੇਖ ਰਹੇ ਹਾਂ ਜਾਂ ਕਿਤੇ ਵੀ ਐਡਵਰਟੀਜ਼ਮੈਂਟ ਆ ਰਹੀ ਹੈ, ਆਪਾਂ ਦੇਖਦੇ ਅੱਛਾ ਚਲੋ ਫਲੋ 'ਚ ਰਹਿ ਗਏ। ਫਲੋ ਮਤਲਬ ਹੁੰਦਾ ਕਿ ਆਪਾਂ ਉਸ ਸਮੇਂ ਦੇ ਅੰਦਰ ਕਿ ਬਹਾਅ 'ਚ ਬੈਠ ਗਏ ਤੇ ਦੇਖਦੇ ਗਏ। ਜਿਵੇਂ ਰੀਲ ਚੱਲ ਰਹੀ ਹੈ ਤਾਂ ਉਹਦੇ ਵਿੱਚ ਜਿਹੜਾ ਡੇਟਾ ਹੈ ਅਪਰੋਕਸੀਮੇਟਲੀ 1500 ਪਲੱਸ ਸਾਲਾਂ ਦਾ ਡੇਟਾ ਪਾਇਆ ਹੋਇਆ ਜੀ, ਜਿਹੜੀਆਂ ਰੀਲਸ ਹੈ, ਨਵਾਂ ਪੁਰਾਣਾ ਪਿਛਲਾ ਇਹ ਵਾਲਾ ਬਣਾ ਕੇ, ਕਿਉਂਕਿ ਕੰਟੈਂਟ ਦੇ ਉੱਪਰ ਕੰਮ ਚੱਲ ਰਿਹਾ, ਕਿਉਂਕਿ ਸਾਰੀ ਦੁਨੀਆ ਕੀ ਦੇਖ ਰਹੀ ਹੈ, ਕੰਟੈਂਟ ਦੇਖ ਰਹੀ ਹੈ। ਇਹਨਾਂ ਦੇ ਵਿੱਚੋਂ ਤੁਹਾਨੂੰ
ਐਗਜ਼ਾਮਪਲ ਪੁੱਛੀ ਜਾ ਸਕਦੀ ਹੈ, ਜਿਵੇਂ ਰਿਪਰ ਹੈ, ਇਹ ਵੀ ਬਹੁਤ ਤਕੜਾ ਵਾਇਰਸ ਹੈ, ਕੋਡ ਰੈੱਡ ਵੀ ਜਾਂ ਮਾਈ ਡੂਮ ਵੀ, ਫਲੈਸ਼ਬੈਕ ਵੀ। ਤੁਹਾਨੂੰ ਇਹ ਵੀ ਇੱਕ ਐਗਜ਼ਾਮਪਲ ਪੁੱਛੀ ਜਾ ਸਕਦੀ ਹੈ ਕਿ ਇਹਨਾਂ ਦੇ ਵਿੱਚੋਂ ਕਿਹੜਾ ਜੀ ਵਾਇਰਸ ਹੈਗਾ। ਤਾਂ ਇਹ ਧਿਆਨ ਨਾਲ ਇੱਕ ਵਾਰ ਜਿਹੜੇ ਸ਼ਬਦ ਆ ਅੱਖਾਂ ਅੱਗਿਓਂ ਲੰਘਾ ਲਓ। ਤੇ ਹੁਣ ਸਿੰਪਟਮਸ ਕੀ ਹੋਣਗੇ ਜੀ, ਕਿ ਕੋਈ ਅਟੈਕ ਹੋ ਰਿਹਾ ਤੁਹਾਡੇ ਕੋਲੇ ਆਨਲਾਈਨ ਆਫਲਾਈਨ, ਵੀ ਤੁਸੀਂ ਪਹਿਲਾਂ ਕੀਤਾ ਜੀ ਪੇਮੈਂਟ ਚਲੀ ਗਈ ਜੀ, ਉਸ ਇੰਸ਼ੋਰੈਂਸ ਕਰਵਾ ਰਹੇ ਸੀਗੇ, ਇਹ ਚੀਜ਼ਾਂ ਹੋ ਸਕਦੀਆਂ। ਨਾਲ ਨਾਲ ਆਪਾਂ ਆਫਲਾਈਨ ਕਹਿੰਦੇ ਜੀ ਸਾਡੇ ਨੂੰ ਕੋਈ ਬੰਦਾ ਆਇਆ ਜੀ ਸਾਡੀ ਪਾਲਿਸੀ ਕਰਨ ਵਾਸਤੇ, ਉਹ ਵੀ ਇਸ ਤਰੀਕੇ ਦਾ ਕੁਝ ਕਹਿ ਸਕਦਾ, ਕੋਈ ਡੇਟਾ ਲੈ ਕੇ ਜਾ ਸਕਦਾ। ਤੁਹਾਡੇ ਕੋਲ ਔਡ ਮੈਸੇਜ ਡਿਸਪਲੇ ਹੋਣਾ ਜੀ ਸਕਰੀਨ ਤੇ, ਜਿਵੇਂ ਆਪਾਂ ਕਹਿੰਦੇ ਕਈ ਵਾਰ ਫਲੈਸ਼ ਵਾਲੇ ਮੈਸੇਜ ਆਉਂਦੇ ਰਹਿੰਦੇ ਨੇ ਨਿਊਜ਼ ਵਾਲੇ ਜਾਂ ਕ੍ਰਿਕ ਸਟੋਰ ਵਾਲੇ ਜਾਂ ਫਿਰ ਐਸਟਰੋਲੋਜੀ ਵਾਲੇ, ਕਿ ਫਲੈਸ਼ ਇਦਾਂ ਆ ਗਿਆ ਜਾਂ ਆਫਰ ਆ ਗਿਆ। ਸਮ ਫਾਈਲਸ ਆਰ ਮਿਸਿੰਗ, ਕੁਛ ਸਿਸਟਮ ਸਲੋ ਹੋ ਜਾਂਦਾ, ਕੋਈ ਫਾਈਲਾਂ ਆਪਾਂ ਨੂੰ ਨਹੀਂ ਮਿਲਦੀਆਂ, ਦਾ ਮਤਲਬ ਕੋਈ ਅਟੈਕ ਹੋ ਰਿਹਾ। ਪੀਸੀ ਕੀ ਕਰ ਰਿਹਾ ਜੀ, ਬਾਰ-ਬਾਰ ਸਟਾਰਟ ਹੋ ਰਿਹਾ ਜਾਂ ਆਪਾਂ ਰੀਸਟਾਰਟ ਕਰਦੇ ਹਾਂ ਕ੍ਰੈਸ਼ ਹੋ ਰਿਹਾ। ਜਿਵੇਂ ਫੋਨ ਵੀ ਹੈ ਜੀ, ਕਈ ਵਾਰ ਆਪਾਂ ਕਹਿੰਦੇ ਹੈਂਗ ਹੋ ਗਿਆ, ਇਹਦਾ ਮਤਲਬ ਕਿ ਕੁਛ ਇੱਦਾਂ ਦੀ ਐਡਵਰੈਂਟ ਫਾਈਲਸ ਆ ਚੁੱਕੀਆਂ ਜਿਹੜੀਆਂ ਦੀ ਆਪਾਂ ਨੂੰ ਜ਼ਰੂਰਤ ਨਹੀਂ ਹੈਗੀ। ਤਾਂ ਆਪਾਂ ਨੂੰ ਕੀ ਕਰਨਾ ਚਾਹੀਦਾ ਜੀ, ਫੋਨ ਨੂੰ ਕੀ ਕਰਨਾ ਚਾਹੀਦਾ ਜੀ, ਆਪਾਂ ਨੂੰ ਫੋਨ ਨੂੰ ਕਰਨਾ ਚਾਹੀਦਾ ਫੈਕਟਰੀ ਡੇਟਾ ਰੀਸਟੋਰ, ਕਿ ਦੁਬਾਰਾ ਤੋਂ ਇਹਨੂੰ ਸਹੀ ਕਰ ਲਓ, ਅਪਡੇਟ ਦੁਬਾਰਾ ਹੋ ਜਾਏਗਾ। 4-5 ਘੰਟਿਆਂ ਦਾ ਪ੍ਰੋਸੈਸ ਹੈ, ਨਹੀਂ ਤਾਂ ਫਿਰ ਪੇਮੈਂਟ ਚਲੀ ਜਾਏਗੀ। ਡਰਾਈਵਰਸ ਨਹੀਂ ਅਸੈਸ ਹੁੰਦੇ, ਐਂਟੀਵਾਇਰਸ ਨਹੀਂ ਰਨ ਹੁੰਦਾ, ਕਈ ਵਾਰ ਨਹੀਂ ਰਨ ਹੋਣ ਦਿੰਦਾ ਕਿਉਂਕਿ ਵਾਇਰਸ ਹੀ ਇਸ ਤਰੀਕੇ ਦਾ, ਤਾਂ ਹੀ ਫਿਰ ਆਪਾਂ ਫਾਰਮੈਟ ਕਰਨਾ ਪੈਂਦਾ। ਅਨਐਕਸਪੈਕਟਡ ਸਾਊਂਡ ਔਰ ਮਿਊਜ਼ਿਕ ਪਲੇ, ਕਈ ਵਾਰ ਉਹ ਚੀਜ਼ਾਂ ਹੋ ਜਾਂਦੀਆਂ। ਜਿਹੜਾ ਮੋਇਸ ਪਾਇੰਟਰ ਹੈ ਉਹਦਾ ਗ੍ਰਾਫਿਕ ਚੇਂਜ ਹੋਣਾ, ਕਈ ਇੱਧਰ ਉੱਧਰ ਕਲਿੱਕ ਇੱਥੇ ਕਰਦਾ ਕਲਿੱਕ ਉੱਥੇ ਚੱਲ ਰਿਹਾ। ਜਿਹੜੇ ਕੁਝ ਮੈਸੇजेस ਹੁੰਦੇ ਆ ਆਪਣੇ ਕੋਲ ਵਾਇਰਸ ਦੇ ਥਰੂ ਆਉਂਦੇ ਆ। ਹਾਂਜੀ, ਹੁਣ ਜਿੰਨੀ ਆਪਾਂ ਥਿਊਰੀ ਪੜ੍ਹੀ ਉਹਦੇ ਸਵਾਲ ਜੀ ਜਿਹੜੇ ਅਗਲੇ 8-10 ਮਿੰਟ ਆਪਣੇ ਕੋਲ ਰਹਿ ਗਏ, ਤਾਂ ਹੀ ਤੁਹਾਨੂੰ ਕਿਹਾ ਜਿੰਨੇ ਵੀ ਯੂਜ਼ਰ ਪੁਰਾਣੇ ਨੇ, ਜਿੰਨੇ ਵੀ ਯੂਜ਼ਰ ਨਵੇਂ ਨੇ, ਆਪਾਂ ਇਸ ਕਲਾਸ ਦੇ ਅੰਦਰ ਥਿਊਰੀ ਵੀ ਕਰਦੇ ਹਾਂ, ਐਕਸਪਲੇਨੇਸ਼ਨ ਵੀ ਕਰਦੇ ਹਾਂ, ਨਾਲ ਆਪਾਂ ਅਸੈਸਮੈਂਟ ਵੀ ਦੇਖਦੇ ਹਾਂ ਕਿ ਕੀ ਰਿਹਾ ਹੋਏਗਾ, ਕਿਸ ਤਰੀਕੇ ਦਾ ਸਵਾਲ ਰਿਹਾ ਹੋਏਗਾ। ਹਾਂਜੀ, ਇਹਨਾਂ ਦੇ ਵਿੱਚੋਂ ਆਈਟੀ ਜਾਂ ਆਈਸੀਟੀ ਦੇ ਮੁਕਾਬਲੇ ਦੱਸਣਾ ਕਿ ਜਿਹੜੀ ਸਪੈਮਿੰਗ ਹੈ ਉਹ ਸਟੇਟਮੈਂਟ ਟਰੂ ਹੈ। ਤੁਹਾਨੂੰ ਮੈਂ ਦੱਸਿਆ ਸੀ ਕਿ ਪੇਪਰ ਦੇ ਵਿੱਚ ਫਿਲ ਇਨ ਦੀ ਬਲੈਂਕਸ ਵੀ ਆ ਰਹੀਆਂ ਜੀ, ਫਿਲ ਅਪ ਦੀ ਬਲੈਂਕਸ, ਨੋਟ ਵਾਲੇ ਸਵਾਲ ਵੀ ਆ ਰਹੇ ਨੇ, ਕਿ ਇਹਨਾਂ ਦੇ ਵਿੱਚੋਂ ਕਿਹੜੀ, ਇਹ ਕੁਝ ਨਵਾਂ ਚੀਜ਼ਾਂ ਨੇ, ਕਿਉਂਕਿ ਪਲੱਸ ਵਾਲੇ ਸਵਾਲ ਤਾਂ ਆ ਹੀ ਰਹੇ ਨੇ। ਹੁਣ ਜਿਵੇਂ ਆਪਾਂ ਸਟੱਡੀ ਕਰ ਰਹੇ ਹਾਂ ਇਸ ਪਲੇਟਫਾਰਮ ਤੇ, ਕੁਝ ਪਰਸਨ YouTube ਦੇ ਉੱਪਰ ਕੀ ਕਹਿ ਰਿਹਾ ਕਿ ਸਰਕਾਰ ਨੇ ਇਹ ਨਹੀਂ ਕੀਤਾ, ਉਸ ਨੇ ਉਹ ਨਹੀਂ ਕੀਤਾ, ਉਸ ਡਿਪਾਰਟਮੈਂਟ ਨੇ ਉਹ ਨਹੀਂ ਕੀਤਾ। ਮੈਂ ਤੁਹਾਨੂੰ ਅੱਜ ਵੀ ਕਹਿ ਰਿਹਾ ਇਸ ਪਲੇਟਫਾਰਮ ਤੇ, ਟੀਚਰ ਦਾ ਕੀ ਕਰਤੱਵ ਹੈ ਜੀ, ਉਹਦਾ ਕੰਮ ਹੈ ਸਿਰਫ ਪੜ੍ਹਾਉਣਾ। ਉਹ ਵੈਸੇ ਹੀ ਚੈਨਲ ਤੇ ਖੜੇ ਹੋ ਕੇ ਜਾਂ ਸਿਰਫ ਇੱਕ ਸਿੰਪਥੀ ਜੀ ਕ੍ਰੀਏਟ ਕਰਨਾ ਜਾਂ ਬੱਚਿਆਂ ਲਈ ਇੱਕ ਡਾਊਟ ਕ੍ਰੀਏਟ ਕਰਨਾ, ਦੈਟ ਵਾਜ਼ ਨਾਟ ਵੈਰੀ ਨੀਡਫੁਲ। ਠੀਕ ਹੈ, ਉਹ ਜ਼ਰੂਰਤਮੰਦ ਨਹੀਂ ਹੈਗਾ ਕਿਸੇ ਦੀ ਬੱਚੇ ਲਈ। ਉਹਦੇ ਨਾਲ ਕੀ ਹੁੰਦਾ, ਦਿਮਾਗ ਇੱਧਰ ਉੱਧਰ ਚੱਲ ਜਾਂਦਾ। ਤੁਸੀਂ ਦੇਖੋ ਆਪਣੇ ਪਿਛਲੇ ਕਿੰਨੇ ਕਲਾਸਾਂ ਕੱਢ ਲਓ, ਜਾਂ ਅਭੀ ਮੈਨੂੰ ਆਈਐਸ ਦੇ ਪਲੇਟਫਾਰਮ ਤੇ ਮੇਰੀ ਕੋਈ ਵੀ ਤੁਸੀਂ ਵੀਡੀਓ ਚੱਕ ਕੇ ਦੇਖ ਲਓ, ਉਹਦੇ ਵਿੱਚ ਕਦੇ ਵੀ ਨਾਟ ਇਵਨ ਅ ਸਿੰਗਲ ਡੇ, ਨਾਟ ਇਵਨ ਅ ਸਿੰਗਲ ਸੈਕਿੰਡ, ਕਦੇ ਵੀ ਨੈਗੇਟਿਵ ਗੱਲ ਨਹੀਂ ਹੋਈ। ਹਮੇਸ਼ਾ ਪੋਜ਼ਿਟਿਵ ਗੱਲ ਹੀ ਹੋਈ ਕਿ ਐਗਜ਼ਾਮ ਦੇ ਲਈ ਪ੍ਰਪੇਅਰ ਕਰਨਾ ਹੈ, ਐਗਜ਼ਾਮ ਜ਼ਰੂਰ ਹੋਏਗਾ। ਕੰਪਲੇਂਟ ਕਰਨ ਨਾਲ ਜਾਂ ਨੁਕਸ ਕੱਢਣ ਨਾਲ ਆਪਾਂ ਕੀ ਹੁੰਨੇ ਆ ਜੀ, ਥੱਕ ਜਾਂਦੇ, ਫਟੀਕ। ਫਿਰ ਜਿਹੜਾ ਆਪਾਂ ਟੀਚਾ ਮਿੱਥਿਆ ਹੋਇਆ, ਫਿਰ ਜਿਹੜਾ ਆਪਾਂ ਤਰੀਕਾ ਸੋਚਿਆ ਹੋਇਆ ਅੱਗੇ ਵਧਣ ਵਾਸਤੇ, ਉਹ ਆਪਾਂ ਕਦੇ ਨਹੀਂ ਕਰ ਸਕਦੇ। ਗੋਟ ਮਾਈ ਪੁਆਇੰਟ ਡੀਅਰ ਸਟੂਡੈਂਟਸ। ਚਲੋ ਜੀ, ਸਪੈਮਿੰਗ ਉਹ ਵੀ ਇੱਕ ਤਰ੍ਹਾਂ ਦਾ ਸਪੈਮ ਹੀ ਆ ਤੁਹਾਡੇ ਨਾਲ, ਜਿਹੜਾ ਬੰਦਾ ਇਕੱਲਾ ਸਿੰਪਥੀ ਕ੍ਰੀਏਟ ਕਰ ਰਿਹਾ ਸਿਰਫ ਕਲਾਸ ਦੇ ਅੰਦਰ। ਤਾਂ ਹੀ ਕਿਹਾ ਵੀ ਸਿਰਫ ਕਲਾਸ ਰੂਮ ਹੈ, ਕਲਾਸ ਦੇ ਵਿੱਚ ਆਪਾਂ ਸਿਰਫ ਸਟੱਡੀ ਕਰਾਂਗੇ। ਪੋਸਟਿੰਗ, ਈਮੇਲਿੰਗ, ਅਨਸੋਲਿਸਿਟਡ ਮੇਲ ਹੋ ਸਕਦੀ ਹੈ, ਐਡਵਰਟਾਈਜ਼ਿੰਗ ਮੈਸੇਜ ਹੋ ਸਕਦਾ ਹੈ, ਕੋਈ ਨੌਨ ਸੈਂਸੀਕਲ ਗਾਰਬੇਜ ਹੋ ਸਕਦਾ ਹੈ, ਕੋਈ ਗ੍ਰਾਫਿਕਸ ਹੋ ਸਕਦਾ ਹੈ। ਜਿਵੇਂ ਕਿ ਕਈ ਵਾਰ ਬੈਂਕ ਦਾ ਮੈਸੇਜ ਜਾਂ ਕਿਸੇ ਕੋਡ ਦਾ ਕੋਈ ਮੈਸੇਜ ਆਇਆ ਹੁੰਦਾ ਆਪਣੇ ਕੋਲ, ਉਹ ਵੀ ਸਪੈਮ ਦੇ ਵਿੱਚ ਚੱਲ ਜਾਂਦਾ ਹੈ। ਬਾਰ-ਬਾਰ ਆਪਾਂ ਫਿਲਟਰ ਲਗਾਏ ਹੁੰਦੇ। ਦੈਨ ਸਪੈਮਿੰਗ ਇੱਕ ਅਟੈਂਪਟ ਹੈ ਜਿਹਦੇ ਵਿੱਚ ਆਪਾਂ ਸੈਂਸਿਟਿਵ ਇਨਫੋਰਮੇਸ਼ਨ ਕ੍ਰੀਏਟ ਕਰਦੇ ਹਾਂ, ਜਿਹਦੇ ਵਿੱਚ ਆਪਾਂ ਕੁਛ ਟਰਸਟਵਰਦੀ ਐਂਟਾਈਟੀ ਬਣਨ ਦੀ ਕੋਸ਼ਿਸ਼ ਕਰਦੇ ਹਾਂ। ਤਾਂ ਆਪਣੇ ਕੋਲ ਜਿਹੜਾ ਸਹੀ ਆਨਸਰ ਆ ਉਹ ਕੀ ਹੈ ਜੀ, ਈਮੇਲ ਅਨਸੋਲਿਸਿਟੇਟਡ ਐਡਵਰਟਾਈਜ਼ਮੈਂਟ। ਹੁਣ ਜਿਹੜਾ ਅਨਸੋਲਿਸਿਟੇਟਡ ਐਡਵਰਟਾਈਜ਼ਮੈਂਟ ਦੀ ਗੱਲ ਕੀਤੀ ਜਾ ਰਹੀ ਹੈ, ਇਹਦੇ ਵਿੱਚ ਪੇਪਰ ਦੇ ਵਿੱਚ ਨਾ ਤਾਂ ਆਹ ਲਾਈਨ ਆਈ ਸੀ, ਨਾ ਆਹ ਲਾਈਨ ਆਈ ਸੀ। ਜਿਹੜੀ ਆਹ ਲਾਈਨ ਲਿਖੀ ਹੈ, ਬਸ ਇਹ ਪੁੱਛਿਆ ਗਿਆ ਸਪੈਮਿੰਗ ਦੇ ਵਿੱਚ ਕੀ ਇਹ ਹੁੰਦਾ ਕਿ ਨਹੀਂ ਹੁੰਦਾ, ਬਸ ਇਹ ਪੁੱਛਿਆ ਗਿਆ ਸੀ। ਇਸੇ ਕਰਕੇ ਜਿਹੜੇ ਸ਼ਬਦ ਆ ਤੁਹਾਡੇ ਸਾਹਮਣੇ ਰੱਖੇ ਗਏ। ਲੋ ਜੀ, ਇਟ ਇਜ਼ ਦੀ ਅਬਿਊਜ਼ ਆਫ ਮੈਸੇਜਿੰਗ ਸਿਸਟਮ ਟੂ ਸੈਂਡ ਅਨਸੋਲਿਸਿਟੇਟਡ ਬਲਕ ਮੈਸੇਜ ਇਨ ਦੀ ਫਾਰਮ ਆਫ ਈਮੇਲ ਸਿਸਟਮ ਐਰਰ। ਆ ਤੁਸੀਂ ਦੇਖ ਸਕਦੇ ਹੋ, ਇਸ ਤਰੀਕੇ ਦੇ ਜਿਹੜੇ ਅਟੈਕ ਹੁੰਦੇ ਆ ਸਪੈਮ ਥਰੂ ਹੁੰਦੇ ਨੇ। ਠੀਕ ਹੈ ਜੀ, ਆਹ ਵਾਲਾ ਕੋਈ ਮੈਸੇਜ ਆ ਗਿਆ ਇਸ ਤਰੀਕੇ ਦਾ ਆ ਗਿਆ, ਠੀਕ ਹੈ, ਵੀਡੀਓ ਦੇ ਰਿਗਾਰਡਿੰਗ ਹੈ। ਕੋਈ ਆਹ ਵਰਮਸ ਹੈ ਜੀ ਜਿਹੜੇ ਆਪਣੇ ਰੈਪਲੀਕੇਟ ਕਰਕੇ ਖਾ ਰਹੇ ਹੈ, ਆਹ ਸਿਸਟਮ ਦੇ ਵਿੱਚ ਕੋਈ ਐਰਰ ਆ ਗਿਆ, ਇਸ ਤਰੀਕੇ ਦੇ ਪੁਆਇੰਟ ਨੇ। ਇਹ ਜਿਹੜਾ ਆਪਾਂ ਆਪਸ਼ਨ ਸੀਗਾ
ਕਲਿਕਿੰਗ ਔਨ ਦੀ ਸਪੈਮ ਮੇਲ ਲੀਡ ਦੀ ਯੂਜ਼ਰ ਟੂ ਫਿਸ਼ਿੰਗ ਸਾਈਟ, ਹੋਸਟਿੰਗ ਦੇ ਉੱਪਰ ਚਲਾ ਜਾਂਦਾ ਹੈ, ਕਲਿੱਕ ਕਰਕੇ ਪੇਮੈਂਟ ਕਿਤੇ ਹੋਰ ਹੋ ਜਾਂਦੀ ਜਾਂ ਉਹਦੀ ਜਿਹੜੀ ਡਿਟੇਲ ਹੈ ਉਹ ਚੱਲ ਜਾਂਦੀ ਹੈ। ਤੁਸੀਂ ਨੈੱਟ ਤੇ ਕਦੇ ਵੀ ਪਾ ਕੇ ਦੇਖ ਲਿਓ ਕਿ ਦਿੱਲੀ ਦੇ ਅੰਦਰ ਇੱਕ ਪਰਸਨ ਨੇ 100 ਰੁਪਏ ਦੇ ਹਿਸਾਬ ਨਾਲ 4 ਥਾਲੀਆਂ ਆਰਡਰ ਕਰਨੀਆਂ ਸੀਗੀਆਂ, 4 ਥਾਲੀਆਂ ਆਰਡਰ ਕੀਤਾ ਉਹਨੇ, ਉਹਨਾਂ ਨੇ ਕਿਹਾ ਨਹੀਂ ਜੀ ਇੱਕ ਫ੍ਰੀ ਮਿਲੂਗੀ, 4 ਪਲੱਸ ਇੱਕ ਕੋਈ 200 ਦੇ ਦਿਓ, ਇੱਦਾਂ ਕਰਕੇ ਕੁਛ ਪਲੱਸ ਕੀਤਾ। ਉਹਨਾਂ ਨੇ ਕਲਿੱਕ ਕੀਤਾ, ਉਹਨਾਂ ਦੇ ਅਕਾਊਂਟ 'ਚੋਂ 1 ਲੱਖ ਰੁਪਇਆ ਨਿਕਲ ਗਿਆ। ਤੁਸੀਂ ਇਹ ਆਪਦਾ ਵੌਇਸ ਮੈਸੇਜ ਪਾ ਕੇ ਗੂਗਲ ਤੋਂ ਚੈੱਕ ਕਰ ਸਕਦੇ ਹੋ, ਰੀਅਲ ਨਿਊਜ਼ ਹੈ। ਇੱਦਾਂ ਦੇ ਬਹੁਤ ਸਾਰੇ ਇਸ ਕਰਕੇ ਕਰਨਾ ਨਹੀਂ ਚਾਹੀਦਾ ਕੋਈ ਵੀ ਚੀਜ਼, ਠੀਕ ਹੈ। ਔਨਲਾਈਨ ਸ਼ਾਪਿੰਗ ਕਰੋ, ਮੈਂ ਨਹੀਂ ਕਹਿ ਰਿਹਾ ਕਿ ਨਹੀਂ ਕਰਨੀ, ਕੋਸ਼ਿਸ਼ ਹੋ ਕੇ ਕਰੋ, ਐਕਟਿਵ ਹੋ ਕੇ ਕਰੋ, ਸਾਰੇ ਪਾਸੇ ਤੁਸੀਂ ਅਲਰਟ ਹੋ। ਇਹ ਨਹੀਂ ਕਿ ਦੱਸ ਕੇ ਕਰਨੀ ਕਿਸੇ ਨੂੰ ਸ਼ਾਪਿੰਗ। ਕਿਹਦੇ ਵਿੱਚ ਕਰਨੀ ਹੈ ਤੁਹਾਨੂੰ ਦੱਸਿਆ ਸੀ ਪਿਛਲੀ ਕਲਾਸ ਦੇ ਵਿੱਚ। ਕੁਝ ਬੱਚੇ ਨਵੇਂ ਨੇ, ਇਨਕੋਗਨੀਟੋ ਵਿੰਡੋ ਦਾ ਵੀ ਸਹਾਰਾ ਲਓ, ਜਾਂ ਫੋਨ ਦੇ ਵਿੱਚ ਜੋ ਵੀ ਤੁਸੀਂ ਕੋਈ ਕੰਮ ਕਰਨਾ ਹੈ, ਫੋਨ ਦੇ ਵਿੱਚ ਜਿਹੜੀ ਤੁਹਾਡੀ ਐਪਸ ਹੈ ਉਹ ਕੀ ਹੋਣੀ ਚਾਹੀਦੀਆਂ, ਜਿਵੇਂ WhatsApp ਹੈ, ਫੋਨ ਹੈ ਜੀ, ਕਰੋਮ ਹੈ, ਇਹਨੂੰ ਕਲੀਅਰ ਕਰਕੇ ਫਿਰ ਸਿੰਗਲ ਤੁਸੀਂ ਇੱਕ ਐਪ ਖੋਲੋ, ਉਦੋਂ ਪੇਮੈਂਟ ਕਰੋ। ਤੁਸੀਂ ਸਾਰਾ ਕੁਝ ਤੁਹਾਡੇ ਕੋਲ ਹੋਣਾ ਚਾਹੀਦਾ ਸਾਹਮਣੇ, ਕੀ ਸਮਾਨ ਮੰਗਵਾਉਣਾ ਹੈ, ਕਿਹੜੀ ਪਾਸਵਰਡ ਤੋਂ ਲੈਣਾ, ਕੀ ਲੈਣਾ। ਆਪਾਂ ਫਿਰ ਬਾਰ-ਬਾਰ ਐਪਸ ਖੋਲ ਲਾਂਗੇ ਜਾਂ ਫੋਨ ਕਾਲ ਆਨਸਰ ਕਰਾਂਗੇ ਤਾਂ ਉਹ ਸਾਰੀ ਚੀਜ਼ ਕੀ ਹੋ ਜਾਏਗੀ, ਡਿਸਟ੍ਰੀਬਿਊਟ ਹੋ ਜਾਏਗੀ, ਫਿਰ ਉਹ ਪ੍ਰੋਬਲਮ ਆਏਗੀ ਆਪਾਂ ਨੂੰ। ਹਾਂਜੀ, ਕੰਪਿਊਟਰ worms must always cause at least some harm to the network even if known by consuming the bandwidth ਨੂੰ ਵੀ ਕੰਜ਼ਿਊਮ ਕਰਨਗੇ। ਤੇ ਜਿਹੜੇ worms ਨੇ ਡਿਟੈਕਟ ਨਹੀਂ ਹੋਣਗੇ ਕਿਉਂਕਿ ਇਹ ਇਨਵਿਜ਼ੀਬਲ ਫਾਈਲਾਂ ਹੁੰਦੀਆਂ ਨੇ। ਬੈਗਲ, ਮੌਰਿਸ, ਨਿਮਡਾ, ਇਹ ਕੀ ਨੇ ਜੀ, worms ਦੀ ਕੈਟੇਗਰੀ ਨੇ। ਤੇ ਤੁਹਾਨੂੰ ਮੈਂ ਦੱਸਿਆ ਸੀ ਜਿਹੜਾ ਪੇਪਰ ਦੇ ਵਿੱਚ ਸਵਾਲ ਆਇਆ ਸੀ ਉਹ ਆਇਆ ਸੀ NHI ਵਰਡ ਲਿਖਿਆ ਹੋਇਆ ਸੀ। NHI ਮਤਲਬ ਨੋ ਹਿਊਮਨ ਇੰਟਰਵੈਂਸ਼ਨ, ਮਤਲਬ ਇਹਦੇ ਵਿੱਚ ਆਪਣੀ ਕੋਈ ਸਹਾਇਤਾ ਨਹੀਂ ਲਈ ਗਈ, ਆਪਣੀ ਕੋਈ ਹੈਲਪ ਨਹੀਂ ਲਈ ਗਈ। ਸਿਸਟਮ ਦੇ ਵਿੱਚ ਆਪਾਂ ਨੂੰ ਹਿਊਮਨ ਦੀ ਹੈਲਪ ਦੀ ਜ਼ਰੂਰਤ ਹੈ। ਉੱਪਰ ਦੇਖੋ ਲਿਖਿਆ ਹੋਇਆ ਸੈਲਫ ਰੈਪਲੀਕੇਟਿੰਗ ਸੌਫਟਵੇਅਰ ਮਾਲਵੇਅਰ ਵਿਚ ਇਫੈਕਟ ਦੀ ਸੌਫਟਵੇਅਰ ਐਂਡ ਦੀ ਹਾਰਡਵੇਅਰ ਪ੍ਰੋਗਰਾਮਸ। ਹਾਂਜੀ, ਉਸੇ ਤਰੀਕੇ ਦਾ ਸਵਾਲ, ਕਿਉਂਕਿ ਪੈਟਰਨ ਹਰ ਵਾਰ ਚੇਂਜ ਹੋਏਗਾ ਜੀ, ਕੁਐਸਚਨ ਦਾ ਵੀ, ਥਿਊਰੀ ਦਾ ਵੀ। ਹਮੇਸ਼ਾ ਪਹਿਲੇ ਕਲਾਸ ਤੋਂ ਲੈ ਕੇ ਉਵੇਂ ਨਹੀਂ ਰਹੇਗਾ ਪੈਟਰਨ ਸੇਮ, ਹਮੇਸ਼ਾ ਡਿਫਰੈਂਟ ਬਦਲਦਾ ਰਹੇਗਾ। ਕਿਸੇ ਕੁਐਸਚਨ ਵੱਧ, ਕਿਸੇ ਥਿਊਰੀ ਵੱਧ, ਕਿਸੇ ਕੁਐਸਚਨ ਹੀ ਕੁਐਸਚਨ। A virus type that is capable of transferring from one computer to another without any user interaction। ਹੁਣ ਇਹਦਾ ਤੁਹਾਨੂੰ ਮਤਲਬ ਕੀ ਸਮਝਾਇਆ ਜੀ, no human intervention ਜਾਂ human intervention in HII ਵੀ ਕਹਿ ਦਿੰਦੇ ਆ ਕਿ ਬੰਦੇ ਦੀ ਜੀ ਇਨਵੋਲਵਮੈਂਟ ਸੀ ਜੀ, HII human involvement ਇਨਵੋਲਵਡ, ਠੀਕ ਹੈ, ਹਿਊਮਨ ਇਨਵੋਲਵਮੈਂਟ ਇਨਵੋਲਵਡ, ਠੀਕ ਹੈ, ਨੋ ਹਿਊਮਨ ਇੰਟਰਵੈਂਸ਼ਨ ਇਨਵੋਲਵਡ। ਤਾਂ ਇਹਦੇ ਵਿੱਚ ਆਪਣੇ ਕੋਲ ਕੀ ਹੈ ਜੀ, ਵਰਮ ਦੀ ਆਪਾਂ ਗੱਲ ਕੀਤੀ ਕਿ ਇਹਦੇ ਵਿੱਚ ਕੋਈ ਇੰਟਰੈਕਸ਼ਨ ਆਪਾਂ ਨੂੰ ਨਹੀਂ ਚਾਹੀਦੀ, ਵਿਦਾਊਟ ਐਨੀ ਨਹੀਂ ਚਾਹੀਦੀ, ਤਾਂ ਵਰਮ ਉਸ ਦੀ ਕੈਟੇਗਰੀ ਦੇ ਵਿੱਚ ਆਏਗਾ। ਹਾਂਜੀ, ਹੁਣ ਵਾਇਰਸ ਤੇ ਵਰਮ ਦੇ ਵਿੱਚ ਡਿਫਰੈਂਸ ਕੀ ਹੈ ਤੁਹਾਨੂੰ ਥਿਊਰੀ ਵਾਈਜ਼ ਸਮਝਾ ਚੁੱਕੇ ਹਾਂ, ਇੱਕ ਵਾਰ ਨਜ਼ਰ ਮਾਰੋ। ਕੰਪਿਊਟਰ ਵਰਮ ਸੈਲਫ ਰੈਪਲੀਕੇਟਿੰਗ ਪ੍ਰੋਗਰਾਮ ਨੇ ਜਿਹਦੇ ਵਿੱਚ ਆਸਾਨ ਭਾਸ਼ਾ ਦੇ ਵਿੱਚ ਲਿਖ ਲਿਆ ਤੁਹਾਡੇ ਲਈ, ਨੋ ਹਿਊਮਨ ਇੰਟਰਵੈਂਸ਼ਨ ਆਫਟਰ ਦੇ, ਜਦੋਂ ਇੱਕ ਵਾਰ ਸ਼ੁਰੂ ਹੋ ਗਏ ਕੋਈ ਹਿਊਮਨ ਇੰਟਰਵੈਂਸ਼ਨ ਨਹੀਂ ਹੈਗੀ। ਵਾਇਰਸਿਸ ਆਰ ਸੈਲਫ ਰੈਪਲੀਕੇਟਿਡ ਪ੍ਰੋਗਰਾਮ ਬਟ ਯੂਜ਼ਲੀ ਰਿਕੁਆਇਰ ਸਮ ਐਕਸ਼ਨ ਔਨ ਦੀ ਪਾਰਟ ਆਫ ਯੂਜ਼ਰ। ਜੇ ਵਾਇਰਸ ਨੂੰ ਪ੍ਰਮੋਟ ਕਰਨਾ ਹੈ ਤਾਂ ਕੁਛ ਨਾ ਕੁਛ ਪਕੜਾਉਣਾ ਪਏਗਾ ਕਿ ਆਹ ਪੈਨ ਡਰਾਈਵ ਹੈ ਜੀ, ਆਹ ਬਲੂਟੂਥ ਥਰੂ ਆਪਾਂ ਟਰਾਂਸਫਰ ਕਰਤਾ ਜੀ, ਆਪਾਂ ਸਕੈਨ ਡਿਸਕ ਥਰੂ ਟਰਾਂਸਫਰ ਕਰਤਾ ਜੀ, ਜਾਂ ਕੋਈ ਫਾਈਲ ਆਪ ਉਹਦੇ ਵਿੱਚ ਹਿਊਮਨ ਇੰਟਰਵੈਂਸ਼ਨ ਇਨਵੋਲਵ ਹੋਏਗੀ ਕਿ ਉਹਦੇ ਵਿੱਚ ਯੂਜ਼ ਕੀਤਾ ਜਾਏਗਾ। ਵਰਮਸ ਆਪਣੇ ਆਪ ਹੀ ਆਏਗਾ, ਕਿਤੋਂ ਵੀ ਆ ਸਕਦਾ। ਟਰੋਜਨ ਹਾਰਸ ਵਿਚ ਮਿਸਲੀਡ ਆਫ ਯੂਜ਼ਰਸ ਵਿਦ ਟਰੂ ਇੰਟੈਂਟ, ਮਤਲਬ ਉਹਦੀ ਅੰਦਰੋਂ ਇਹ ਇੱਛਾ ਹੋਏਗੀ ਕਿ ਮੈਂ ਇਹਨੂੰ ਜੀ ਗਲਤ ਰਾਸਤੇ ਪਾਵਾਂ। ਲਓ ਜੀ, ਤੁਹਾਡੇ ਵਾਸਤੇ ਲਿਖਿਆ ਹੋਇਆ ਜੀ, ਬਾਏ ਸਮ ਫਾਰਮ ਆਫ ਸੋਸ਼ਲ ਇੰਜੀਨੀਅਰਿੰਗ ਜੀ। ਕੁਝ ਸ਼ਬਦ ਨੇ ਜੋ ਕੈਲੀਫੋਰਨੀਆ ਯੂਨੀਵਰਸਿਟੀ ਦੇ ਨੇ, ਜਿਹੜੇ ਰਿਸਰਚ ਪੇਪਰ ਮੈਂ ਪੜ੍ਹਦਾ ਤੁਹਾਨੂੰ ਦੱਸਿਆ ਹੋਇਆ ਕਿ ਮੈਂ ਰਿਸਰਚ ਕਰ ਰਿਹਾ ਜੀ ਇਸ ਫੀਲਡ ਦੇ ਅੰਦਰ। ਇੰਸਟੈਂਟ ਗ੍ਰੈਟੀਫਿਕੇਸ਼ਨ, ਕਿਉਂਕਿ ਜੋ ਵੀ ਆਪਾਂ ਪੜ੍ਹਾਉਂਦੇ ਹਾਂ ਕਿ ਕਿਤਾਬਾਂ ਤਾਂ ਚਲੋ ਪੜ੍ਹੇ ਹੀ ਹੈ, ਪਰ ਹੁਣ ਰਿਸਰਚ ਆਰਟੀਕਲਸ ਤੋਂ ਜਾਂ ਕੁਝ ਚੀਜ਼ਾਂ ਨਵੀਆਂ ਬਣਾ ਕੇ ਪੜ੍ਹਾਉਂਦੇ ਹਾਂ। ਇੰਸਟੈਂਟ ਗ੍ਰੈਟੀਫਿਕੇਸ਼ਨ ਦਾ ਮਤਲਬ ਕੀ ਹੈ ਕਿ ਉਸੇ ਟਾਈਮ, ਮਤਲਬ ਤੁਹਾਨੂੰ ਸ਼ਾਂਤੀ ਮਿਲਣੀ ਚਾਹੀਦੀ ਹੈ ਕਿ ਹਾਂਜੀ ਹਾਂਜੀ ਬਸ ਹੋ ਗਿਆ ਜੀ ਪੇਮੈਂਟ, ਹਾਂਜੀ ਅੱਛਾ ਵੀਡੀਓ ਨਹੀਂ ਆਈ ਜਾਂ ਸੈਟਿਸਫੈਕਸ਼ਨ ਨਹੀਂ ਹੋਈ ਉਸੇ ਸਮੇਂ ਤੋਂ। ਇਹ ਚੀਜ਼ ਆਪਣੀ ਥੋੜ੍ਹਾ ਪੇਸ਼ੈਂਸ ਨੂੰ, ਚੀਜ਼ਾਂ ਨੂੰ ਬ੍ਰੇਕ ਕਰ ਰਹੀ ਹੈ। ਜਿਵੇਂ ਕਿ ਤੁਹਾਡੇ ਲਈ ਮੈਂ ਲਿਖਿਆ ਹੋਇਆ ਹੈ ਉਸੇ ਵਰਡਿੰਗ ਨੂੰ, ਉਸੇ ਸ਼ਬਦਾਂ ਨੂੰ, ਕਿ ਤੁਹਾਨੂੰ ਐਗਜ਼ਾਮ ਦੇ ਵਿੱਚ ਕੋਈ ਦਿੱਕਤ ਨਾ ਆਵੇ। ਜਿਹੜੇ ਜਿਹੜੇ ਸ਼ਬਦ ਇੱਥੇ ਡੀਅਰ ਸਟੂਡੈਂਟ ਯੂਜ਼ ਕੀਤੇ ਗਏ ਆ, ਇੱਕ ਇੱਕ ਸ਼ਬਦ ਪੇਪਰ ਦਾ ਹੈ, ਪੇਪਰ ਦਾ, ਕਿ ਥਿਊਰੀ ਉਸ ਤਰੀਕੇ ਨਾਲ ਬਣਾਈ ਆ ਕਿ ਮਾਈਂਡ ਟ੍ਰੇਨ ਹੋ ਜਾਏ। ਹਾਂ, ਸ਼ਬਦ ਪੜ੍ਹਿਆ ਹੋਇਆ ਇਹ ਸਰ ਨੇ ਦੱਸਿਆ ਸੀ। where a user is duped into executing an email attachment disguised appear not suspicious। ਪਹਿਲਾਂ ਕੀ ਲੱਗੇਗਾ ਜੀ, ਕੋਈ ਘੰਟੀ ਨਹੀਂ ਵੱਜੇਗੀ, ਕੋਈ ਡਰ ਨਹੀਂ ਲੱਗੇਗਾ, ਕਹਿੰਦਾ ਠੀਕ ਹੈ ਵਧੀਆ।
ਜਿਵੇਂ ਐਮਾਜ਼ੋਨ ਵਾਲਾ ਸੀਗਾ। ਐਗਜ਼ਾਮਪਲ ਹੈ ਰੂਟੀਨ ਫਾਰਮ ਟੂ ਬੀ ਫਿਲਡ, ਆਪਾਂ ਕਹਿੰਦਾ ਫਾਰਮ ਹੀ ਹੈ, ਡਿਟੇਲ ਹੀ ਹੈ, ਭਰ ਦੇਣੀ। ਬਾਈ ਕਲਿਕਿੰਗ ਔਨ ਸਮ ਫੇਕ ਐਡਵਰਟੀਜ਼ਮੈਂਟ ਔਨ ਸੋਸ਼ਲ ਮੀਡੀਆ ਔਰ ਐਨੀਵੇਅਰ ਐਲਸ, ਜਾਂ ਫਿਰ ਜਿਹੜਾ ਤੁਹਾਨੂੰ ਦੱਸਿਆ ਸੋਸ਼ਲ ਇੰਜੀਨੀਅਰਿੰਗ, ਜਦੋਂ ਵੀ ਆਪਾਂ ਨੈਟ ਸਰਫ ਕਰ ਰਹੇ ਹਾਂ, ਜਦੋਂ ਵੀ ਆਪਾਂ ਕੁਝ ਡਰੈਗ ਕਰ ਰਹੇ ਹਾਂ, ਤਾਂ ਇਹ ਸਾਰੀਆਂ ਚੀਜ਼ਾਂ ਤੋਂ ਆਪਾਂ ਬਚ ਕੇ ਰਹਿਣਾ। ਅੱਜ ਦਾ ਜਿਹੜਾ ਟੌਪਿਕ ਸੀ ਉਹਦੇ ਵਿੱਚ ਆਪਾਂ ਕੀ ਕਰੇ, ਕੁਐਸਚਨ ਆਨਸਰ ਵੀ ਸੋਲਵ ਕੀਤੇ, ਪਰ ਇਹਦੇ ਵਿੱਚ ਆਪਾਂ ਕੀ ਕੀਤਾ ਜੀ, ਥਿਊਰੀ ਨੂੰ ਮਾਤਰਾ ਦਿੱਤੀ, ਨਾਲ ਨਾਲ ਆਪਣੀ ਜਿਹੜੀ ਸੋਸ਼ਲ ਸੀਗੀ, ਸੋਸ਼ਲ ਲਾਈਫ ਦੇ ਵਿੱਚ ਵੀ ਤੁਹਾਨੂੰ 2-3 ਲੈਸਨ ਦਿੱਤੇ ਕਿ ਪਾਸਵਰਡ ਵੀ ਚੇਂਜ ਕਰੋ ਤੇ ਕਿਸੇ ਨੂੰ ਦੱਸਣਾ ਵੀ ਨਹੀਂ, ਤੇ ਸਾਰੇ ਪਾਸਵਰਡ ਡਿਫਰੈਂਟ ਰੱਖੋ। ਜੋ ਤੁਹਾਨੂੰ ਮੈਂ ਕਿਹਾ ਸੀ ਆਪਦੇ ਆਪਣਾ ਗੱਲ ਕਰੋ। 90% ਆਪਣੇ ਇੰਡੀਅਨਸ ਦੇ ਜਿਹੜੇ ਪਾਸਵਰਡ ਨੇ ਉਹ ਹੂ ਸੇਮ ਨੇ, ਅੱਗੇ ਪਿੱਛੇ ਦਾ ਹੀ ਫਰਕ ਹੈ। ਇੱਕ ਵਾਰ ਜਿਹਨੂੰ ਇੱਕ ਮਿਲ ਗਿਆ ਉਹ ਅੱਗੇ ਕਿਥੋਂ ਵੀ ਕਰ ਸਕਦਾ। ਇਸ ਕਰਕੇ ਜਿਹੜਾ ਆਪਣਾ ਦਿਮਾਗ ਆ ਬਹੁਤ ਤੇਜ਼ ਆ, ਬਹੁਤ ਮੈਮਰੀ ਆਪਾਂ ਇਹਦੇ ਵਿੱਚ ਆਪਾਂ ਰੱਖ ਸਕਦੇ ਹਾਂ। ਤਾਂ ਇਹਦੇ ਵਿੱਚ ਆਪਾਂ 5 7 10 ਜੇ ਆਪਾਂ ਡਿਫੀਕਲਟ ਪਾਸਵਰਡ ਰੱਖ ਲਾਂਗੇ, ਕੋਈ ਗੱਲ ਨਹੀਂ, ਫਿਰ ਇਹਦੇ ਕਿਹੜਾ ਕੋਈ ਪੈਸੇ ਲੱਗਣੇ, ਫੋਰਗੋਡ ਪਾਸਵਰਡ ਫੇਰ ਕਰ ਲਿਓ। ਕਲੀਅਰ। ਤਾਂ ਆਪਾਂ ਇਸ ਤਰੀਕੇ ਨਾਲ ਜਿਵੇਂ ਲਿਖਿਆ ਹੋਇਆ, ਇਟ ਅਚੀਵ ਐਨੀ ਨੰਬਰ ਆਫ ਅਟੈਕਸ ਔਨ ਦੀ ਹੋਸਟ ਫਰੋਮ ਇਰੀਟੇਟਿੰਗ ਦੀ ਯੂਜ਼ਰ, ਕੋਈ ਫਾਈਲ ਡਿਲੀਟ ਹੋ ਗਈ, ਕੋਈ ਐਕਟੀਵੇਸ਼ਨ ਹੋ ਗਿਆ, ਜਾਂ ਫਿਰ ਉਹ ਮਾਲਵੇਅਰ ਸਪਰੈਡ ਹੋ ਗਿਆ। ਜਿਹੜਾ ਆਹ ਵਾਲੀ ਲਾਈਨ ਹੈ ਇਹ ਪਲੀਜ਼ ਇੱਕ ਇੰਪੋਰਟੈਂਟ ਲਾਈਨ ਹੈ। ਟਰੋਜਨ ਆਰ ਆਲਸੋ ਨੋਨ ਐਜ਼ ਦੀ ਬੈਕਡੋਰ ਫॉर ਦੀ ਮਲੇਸ਼ੀਅਸ ਯੂਜ਼ਰ ਟੂ ਅਸੈਸ ਦੀ ਸਿਸਟਮ। ਜਿਵੇਂ ਕਿ ਘਰ ਦੀ ਗੱਲ ਸੋਚੋ, ਜਾਂ ਤੁਸੀਂ ਹੋਸਟਲ ਦੇ ਵੀ ਪੀਜੀ ਵਿੱਚ ਰਹਿ ਰਹੇ ਹੋ, ਤੁਹਾਨੂੰ ਪਤਾ ਜੀ ਚਾਬੀ, ਅੱਛਾ ਹਾਂ ਕੂਲਰ ਦੇ ਉੱਪਰ ਪਈ ਹੈ ਜੀ ਚਾਬੀ, ਅੱਛਾ ਨਹੀਂ ਉਹ ਜਿਹੜਾ ਮੈਟ ਹੈ ਨਾ, ਮੈਟ ਦੇ ਨੀਚੇ ਰੱਖੀ ਹੋਈ ਹੈ ਚਾਬੀ, ਐ ਕਰੋ ਅੱਛਾ ਮੈਂ ਜਾ ਰਿਹਾ, ਫਿਰ ਤੇਰੇ ਕੋਲ ਤਾਂ ਇੱਕੋ ਚਾਬੀ ਸੀ। ਆਪਾਂ ਉਹ ਕੇਸ ਨਹੀਂ ਲੈ ਰਹੇ ਕਿ ਸਾਡੇ ਕੋਲ ਤਾਂ ਜੀ ਜਿਹੜਾ ਜਿੰਦਾ ਹੈ ਅਮਨ ਸਰ, ਉਹ ਸਾਡੇ ਕੋਲ 3 ਚਾਬੀਆਂ ਵਾਲਾ ਜੀ, 4 ਚਾਬੀਆਂ ਦਾ। ਫਿਰ ਜੀ ਇੰਨੇ ਲੋਕ ਸਿਆਣੇ ਹੁੰਦੇ, ਇੰਨੀ ਸਾਰੀ ਕੁਛ ਚੀਜ਼ ਵਧੀਆ ਹੁੰਦੀ, ਫਿਰ ਸਪੈਮ ਐਵੇਂ ਹੋਣਾ ਸੀਗਾ। ਜਿਨ੍ਹਾਂ ਨਾਲ ਸਪੈਮ ਹੋਇਆ ਸਾਰੇ ਐਜੂਕੇਟਡ ਨੇ ਜੀ, ਵਧੀਆ ਵਧੀਆ ਪੋਸਟਾਂ 'ਤੇ ਨੇ। ਸੋਚੋ ਫਿਰ ਇੱਕ ਵਾਰੀ। ਇਸ ਕਰਕੇ ਅਲਰਟ ਰਹਿਣਾ ਜ਼ਰੂਰੀ ਹੈ। ਗਲਤੀ ਤਾਂ ਕਿਸੇ ਤੋਂ ਵੀ ਹੋ ਸਕਦੀ ਹੈ। ਪੰਜਾਬੀ ਦਾ ਮੁਹਾਵਰਾ ਹੈ ਕਿ ਜੇ ਉੱਠਦੇ ਕਈ ਵਾਰ ਬੰਦਾ ਬੈਠਾ ਹੁੰਦਾ ਜੀ, ਉਹਨੂੰ ਵੀ ਕੁੱਤਾ ਵੱਢ ਜਾਂਦਾ। ਉੱਠ ਦੀ ਹਾਈਟ ਦੇਖੋ ਕਿੰਨੀ, ਕਈ ਵਾਰ ਬੰਦੇ ਮਨ 'ਚ। ਤਾਂ ਇਸ ਕਰਕੇ ਆਪਾਂ ਬਚ ਕੇ ਰਹਿਣਾ ਇਹਨਾਂ ਚੀਜ਼ਾਂ ਤੋਂ। ਬੈਕਡੋਰ ਦਾ ਮਤਲਬ ਕੀ ਹੈ ਕਿ ਪਤਾ ਹੁੰਦਾ ਜੀ ਚਾਬੀ ਕਿੱਥੇ ਪਈ ਹੈ ਕਿਸੇ ਨੂੰ, ਜਾਂ ਪਿਛਲਾ ਦਰਵਾਜ਼ਾ ਕਦੋਂ ਖੁੱਲ੍ਹੇਗਾ, ਸਾਹਮਣੇ ਵਾਲਾ ਪਰਸਨ ਕਦੋਂ ਡਿਊਟੀ ਜਾ ਰਿਹਾ, ਕਦੋਂ ਆ ਰਿਹਾ। ਹੁਣ ਇੱਦਾਂ ਹੀ ਕਿਸੇ ਨੂੰ ਲੱਗਿਆ ਕਿ ਅਸੀਂ ਬਹੁਤ ਇੰਟੈਲੀਜੈਂਟ, ਉਹਨਾਂ ਨੇ ਕੀ ਕੀਤਾ, ਬਸ ਜਲਦੀ ਤੋਂ ਜਲਦੀ ਇਸ ਗੱਲ ਨੂੰ ਸਮਝੋ। ਉਹਨਾਂ ਨੇ ਕੀਤਾ, ਪ੍ਰੋਡਕਟ ਆਰਡਰ ਕੀਤਾ, ਡੱਬਾ ਬਾਹਰ ਸਿੱਟਤਾ, ਉਹ ਡੱਬੇ ਤੋਂ ਕਿਸੇ ਨੇ ਪੜ੍ਹ ਲਿਆ, ਹੈਲੋ ਹਾਂਜੀ ਤੁਸੀਂ ਜੀ ਨੂਡਲਸ ਤੇ ਆਹ ਆਰਡਰ ਕੀਤਾ, ਹਾਂਜੀ ਮੈਡਮ ਤੁਹਾਡਾ ਨਾ ਪੇਮੈਂਟ ਉਹ ਆ ਗਈ ਜੀ, ਜ਼ਿਆਦਾ ਤਾਂ ਅਸੀਂ ਤੁਹਾਨੂੰ ਵਾਪਸ ਕਰ ਰਹੇ ਹਾਂ। ਬੰਦਾ ਕਹਿੰਦਾ ਹਾਂਜੀ ਕੁਛ ਵੀ ਐਗਜ਼ਾਮਪਲ ਦੇ ਵਿੱਚ ਬਸ ਉਲਝਾਉਣਾ, ਉਹ ਸਿਰਫ 10-15 ਸਕਿੰਟ ਦਾ ਗੈਪ ਹੁੰਦਾ। ਹਾਂਜੀ ਦੱਸਿਓ ਜੀ, ਉਹ ਕਲਿੱਕ ਕੀਤਾ, ਪੇਮੈਂਟ ਉੱਡ ਗਈ, ਸਾਰੀ ਡਿਟੇਲ ਤਾਂ ਉੱਥੇ ਭਰੀ ਹੋਈ ਸੀ। ਤਾਂ ਜਿਹਨੇ ਚੋਰੀ ਕਰੋ ਉਹਨੂੰ ਸਾਰਾ ਰਾਹ ਪਤਾ, ਉਹਨੇ ਬਸ ਸਿਰਫ ਕੁਛ ਕੋਡ ਤੇ ਤੁਹਾਡੇ ਤੋਂ ਲੈਣੇ ਆ। ਆਪਾਂ ਤੁਹਾਨੂੰ ਅੱਜ ਸਵਾਲ ਵੀ ਦੱਸੇ ਤੇ ਨਾਲ ਨਾਲ ਸੋਸ਼ਲ ਲਾਈਫ ਦੇ ਲਈ ਵੀ ਮੋਟੀਵੇਟ ਕੀਤਾ ਕਿ ਧਿਆਨ ਨਾਲ ਬਚ ਕੇ ਰਹੋ, ਪੇਮੈਂਟ ਜਿਵੇਂ ਮਰਜ਼ੀ ਯੂਜ਼ ਕਰੋ, ਆਨਲਾਈਨ ਆਫਲਾਈਨ, ਤੇ ਨਾਲ ਆਪਾਂ ਕੁਐਸਚਨ ਵੀ ਸੋਲਵ ਕੀਤੇ। ਅਗਲੀ ਕਲਾਸ ਦੇ ਵਿੱਚ ਆਪਾਂ ਜਿਵੇਂ ਰੈਂਸਮਵੇਅਰ ਆਪਾਂ ਕਰ ਚੁੱਕੇ ਹਾਂ, ਇਟ ਇਨਫੈਕਟਸ ਏ ਕੰਪਿਊਟਰ ਵਿਦ ਇੰਟੈਂਸ਼ਨ ਆਫ ਐਕਸਟੋਰਟਿੰਗ ਮਨੀ ਫਰੋਮ ਇਟਸ ਓਨਰ, ਕਿ ਉਹਦੀ ਇੰਟੈਂਸ਼ਨ ਹੋਏਗੀ ਕਿ ਮੈਂ ਓਨਰ ਤੋਂ ਪੈਸੇ ਜ਼ਰੂਰ ਲਵਾਂਗਾ। ਅਗਲੀ ਕਲਾਸ ਦੇ ਵਿੱਚ ਆਪਾਂ ਇਹਨਾਂ ਦੇ ਉੱਪਰ ਬੇਸ ਹੀ ਹੋਰ ਜ਼ਿਆਦਾ ਸਵਾਲ ਕਰਾਂਗੇ ਤੇ ਇੱਕ ਨਵੇਂ ਟੌਪਿਕ ਦੇ ਨਾਲ ਮਿਲਾਂਗੇ। ਇੰਨਾ ਸ਼ਬਦ ਨਾਲ ਬਹੁਤ ਬਹੁਤ ਧੰਨਵਾਦ। ਇਹ ਜਿਹੜੇ ਕੁਐਸਚਨ ਕੀਤੇ ਨੇ ਇਹ ਵੀ ਧਿਆਨ ਨਾਲ ਰੱਖਣੇ ਆ, ਜਿਹੜੀ ਥਿਊਰੀ ਕੀਤੀ ਉਹ ਵੀ ਯਾਦ ਰੱਖਣੀ ਹੈ। ਇਹ ਵਨ ਆਫ ਦੀ ਮੋਸਟ ਟ੍ਰੈਂਡਿੰਗ ਤੇ ਹੌਟ ਫੇਵਰੇਟ ਟੌਪਿਕ ਹੈ। ਮੰਨ ਲਓ ਸਵਾਲ ਨਹੀਂ ਆਇਆ, ਤੁਸੀਂ ਕਹੋਗੇ ਸਰ ਨੇ ਤਾਂ ਕਿਹਾ ਸੀ, ਤੁਹਾਨੂੰ ਸੋਸ਼ਲ ਲਾਈਫ ਲਈ ਵੀ ਸਮਝਾਇਆ ਕਿ ਸੋਸ਼ਲ ਲਾਈਫ ਦੇ ਲਈ ਵੀ ਕਿੰਨਾ ਜ਼ਰੂਰੀ ਹੈ। ਇਹਨਾਂ ਸ਼ਬਦਾਂ ਨਾਲ ਬਹੁਤ ਬਹੁਤ ਧੰਨਵਾਦ ਜੀ। ਟੇਕ ਕੇਅਰ, ਤੇ ਕਮੈਂਟ ਕਰਕੇ ਜਰੂਰ ਦੱਸ ਦਿਓ ਕਿਹੜੀ ਕਿਹੜੀ ਚੀਜ਼ ਤੁਸੀਂ ਕਲੀਅਰ ਕਰਨੀ ਹੈ ਤੇ ਅੱਗੇ ਕਿਸ ਤਰੀਕੇ ਨਾਲ ਆਪਾਂ ਚੱਲਣਾ ਹੈ। ਤੇ ਨੈਕਸਟ ਟੌਪਿਕ ਦੇ ਵਿੱਚ ਮਿਲਦੇ ਹਾਂ। ਟੇਕ ਕੇਅਰ, ਗੋਡ ਬਲੈਸ ਯੂ।